ਸਤਿ ਸ਼੍ਰੀ ਅਕਾਲ। ਲੋਕ ਰਾਣਾ ਚੈਨਲ ਪੰਜਾਬੀ ਦੇ ਪ੍ਰੋਗਰਾਮ ਖਬਰਾਂ ਟੌਪ ਦੀਆਂ ਦੇ ਸਾਰੇ ਦਰਸ਼ਕਾਂ ਨੂੰ ਜੀ ਆਇਆਂ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ। ਪਰਮਿੰਦਰ ਜੀ ਵੈਲਕਮ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਗੁਰਜਿੰਦਰ ਜੀ ਧੰਨਵਾਦ। ਪੰਜਾਬ ਦੀ ਸਿਆਸਤ ਦੇ ਵਿੱਚ ਕਈ ਅਹਿਮ ਮੋੜ ਜੁੜ ਕੇ ਆ ਗਏ। ਜਦੋਂ ਦੀ ਇਹ ਗੱਲ ਨਿਕਲ ਕੇ ਆਈ ਕਿ ਅਸੈਂਬਲੀ ਹੰਗ ਹੋ ਸਕਦੀ ਹੈ ਪੰਜਾਬ ਦੀ, ਕਿਹਾ ਜਾ ਰਿਹਾ ਕਿ ਕਈ MLA ਬਣਨ ਦੇ ਜੋ ਚਾਹਵਾਨ ਨੇ ਉਹਨਾਂ ਨੇ ਆਪਣੇ ਹੱਥ ਘੁੱਟ ਲਏ ਖਰਚੇ ਵੱਲੋਂ। ਪੰਜਾਬ ਦੇ ਜ਼ਿਆਦਾਤਰ MLAs ਨੂੰ ਲੱਗਦਾ ਕਿ ਚੋਣਾਂ ਤਾਂ ਦੁਬਾਰੇ ਹੋਣਗੀਆਂ, ਪਹਿਲਾਂ ਫਜ਼ੂਲ ਖਰਚ ਕਰਕੇ ਕਿਉਂ ਜੜਿਆ ਜਾਵੇ। ਇੱਕ ਤਰਫਾ ਸਰਕਾਰ ਕਿਸੇ ਦੀ ਬਣਦੀ ਹੋਈ ਦਿਖਾਈ ਨਹੀਂ ਦਿੰਦੀ ਹੈਗੀ। ਮਾਇਆਵਤੀ ਉਹ ਕਹਿੰਦੇ ਕਾਂਗਰਸ ਤਾਂ ਡਰਾਮੇਬਾਜ਼ ਹੈ, ਡਰਾਮੇ ਕਰਦੀ ਹੈ ਕਾਂਗਰਸ, ਦਲਿਤ ਵੋਟ ਬੈਂਕ 'ਤੇ ਖੇਡਣਾ ਚਾਹੁੰਦੀ ਹੈ ਕਾਂਗਰਸ ਪਾਰਟੀ। ਜੋ ਮੁੱਖ ਮੰਤਰੀ ਹੋਣਗੇ ਸੂਬੇ ਦੇ ਉਹ ਤਾਂ ਸੁਖਬੀਰ ਸਿੰਘ ਬਾਦਲ ਨੇ। ਕਿਸਾਨਾਂ ਨੇ ਆਪਣਾ ਮੈਨੀਫੈਸਟੋ ਲਾਂਚ ਕੀਤਾ, ਕਈ ਗੱਲਾਂ ਰੱਖੀਆਂ, ਪਰ BJP 2 ਕਦਮ ਕਿਸਾਨਾਂ ਤੋਂ ਅੱਗੇ ਵੱਧ ਗਈ। ਆਪਣਾ 11 ਨੂੰ 31 ਪ੍ਰੋਗਰਾਮ ਭਾਜਪਾ ਨੇ ਮੀਡੀਆ ਦੇ ਵਿੱਚ ਲੈ ਕੇ ਆਂਦਾ, ਕਿਹਾ ਕਿ ਜੋ 5 ਏਕੜ ਤੱਕ ਦੇ ਕਿਸਾਨ ਨੇ ਤੁਸੀਂ ਭਾਜਪਾ ਦੀ ਸਰਕਾਰ ਬਣਾਓ। 5 ਏਕੜ ਤੱਕ ਦੇ ਜੋ ਕਿਸਾਨ ਨੇ ਅਸੀਂ ਉਹਨਾਂ ਦਾ ਪੂਰਨ ਕਰਜ਼ ਮਾਫ ਕਰਾਂਗੇ, ਕਰਜ਼ਾ ਮੁਕਤੀ ਕਰ ਦਾਂਗੇ, ਅਸੀਂ ਕਰਜ਼ੇ ਤੋਂ ਹੀ ਮੁਕਤ ਕਰ ਦਾਂਗੇ। ਕਿਸਾਨਾਂ ਨੇ ਵੀ ਕਰਜ਼ੇ ਦੀ ਗੱਲ ਕਹੀ ਜਾ ਕੇ ਕਿਸਾਨਾਂ ਦੀ ਤੁਸੀਂ ਸਰਕਾਰ ਬਣਾਓ, ਮੁੱਖ ਮੰਤਰੀ ਬਲਵੀਰ ਸਿੰਘ ਰਾਜੇਵਾਲ ਹੋਣਗੇ। ਆਏ ਸਾਲ ਅਸੀਂ 3 ਲੱਖ ਵਿਆਜ ਤੱਕ ਪ੍ਰਤੀ ਕਿਸਾਨ ਪਰਿਵਾਰ ਨੂੰ ਉਹਦੇ 'ਚੋਂ ਅਸੀਂ ਰਾਹਤ ਦੇਵਾਂਗੇ। ਟਕੈਤ ਸਾਹਿਬ ਕਹਿੰਦੇ ਨੇ ਕਿ ਤੁਸੀਂ ਵੋਟ ਦਾ ਇਸਤੇਮਾਲ ਕਰੋ। ਕਿਸਾਨਾਂ ਨੂੰ ਸੁਨੇਹਾ ਦਿੱਤਾ, ਆਪਣੀ ਸੋਚ ਸਮਝ ਕੇ ਜੋ ਪਾਰਟੀ ਤੁਹਾਨੂੰ ਲੱਗਦਾ ਕਿ ਤੁਹਾਡੇ ਹੱਕਾਂ ਪ੍ਰਤੀ ਸੁਚੇਤ ਹੈ, ਕਿਸਾਨ ਮਸਲੇ ਸੁਲਝਾ ਸਕਦੀ ਹੈ, ਤੁਸੀਂ ਉਹਨਾਂ ਨੂੰ ਵੋਟ ਦਿਓ। ਡੇਰੇਵਾਦ ਦੀ ਸਿਆਸਤ ਭਾਰੂ ਹੈ, ਲਗਾਤਾਰ ਅਸੀਂ ਗੱਲਬਾਤ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ। ਜਦੋਂ ਪੈਰੋਲ ਮਿਲੀ, 1 ਦਿਨ ਦੀ ਫਰਲੋ ਜਦੋਂ ਮਿਲੀ ਛੁੱਟੀ ਤੇ ਗੱਲ ਨਿਕਲ ਕੇ ਆਈ ਤਾਂ ਹਰਿਆਣਾ ਦੀ ਸਿਆਸਤ ਵੀ ਗਰਮ ਆਈ। ਹਰਿਆਣਾ ਦੇ ਲੀਡਰਾਂ ਨੇ ਕਿਹਾ ਕਿ ਭਾਜਪਾ ਨੂੰ ਇਹਦਾ ਕੀ ਫਾਇਦਾ ਹੋਣਾ, ਕਾਨੂੰਨੀ ਪ੍ਰਕਿਰਿਆ ਦੇ ਵਿੱਚੋਂ ਜਿਹੜਾ ਅਥਾਰਟੀ ਨੇ ਇਹ ਪੂਰਾ ਮਸਲਾ ਸੁਲਝਾਇਆ, ਉਹਨਾਂ ਨੂੰ ਲੱਗਿਆ ਕਿ ਐਲੀਜੀਬਲ ਹੈਗੇ ਨੇ ਤਾਂ ਉਹਨਾਂ ਨੇ 21 ਦਿਨਾਂ ਦੀ ਫਰਲੋ ਦੇਤੀ। ਪੰਜਾਬ ਦੇ ਵਿੱਚ ਵੀ ਡੇਰਾਵਾਦ ਨੂੰ ਲੈ ਕੇ ਕਾਫੀ ਗੱਲਾਂ ਨਿਕਲ ਕੇ ਆ ਰਹੀਆਂ ਨੇ। ਹੁਣ ਡੇਰੇ ਦੇ ਚੇਅਰਮੈਨ ਨੇ ਰਾਮ ਸਿੰਘ, ਉਹਨਾਂ ਨੇ ਗੱਲ ਕਹੀ ਹੈ ਕਿ ਅਸੀਂ ਅਜੇ ਆਪਣੇ ਸਿਆਸੀ ਪੱਤੇ ਨਹੀਂ ਖੋਲਾਂਗੇ, ਇਲੈਕਸ਼ਨ ਤੋਂ 2 ਦਿਨ ਪਹਿਲਾਂ ਅਸੀਂ ਡਿਸਾਈਡ ਕਰਾਂਗੇ ਕਿ ਅਸੀਂ ਮਦਦ ਕਿਹਦੀ ਕਰਨੀ ਹੈ। ਹਰਮਿੰਦਰ ਸਿੰਘ ਜੱਸੀ ਜੋ ਸਰਸੇ ਵਾਲੇ ਦੇ ਰਿਸ਼ਤੇਦਾਰ ਨੇ, ਤਲਵੰਡੀ ਸਾਬੋ ਤੋਂ ਇਸ ਵਾਰ ਉਹ ਬਾਗੀ ਹੋ ਕੇ ਚੋਣ ਲੜ ਰਹੇ ਨੇ। ਪਿਛਲੇ ਵਾਰ ਮੌੜ ਤੋਂ ਲੜੀ ਸੀ, ਇਸ ਵਾਰ ਬਾਗੀ ਨੇ। ਜੋ ਸਰਸੇ ਵਾਲੇ ਦੇ ਪੈਰੋਕਾਰ ਨੇ, ਡੇਰੇ ਨਾਲ ਸੰਬੰਧਿਤ ਨੇ, ਉਹਨਾਂ ਨੇ ਸਾਰੀ ਕੰਪੇਨ ਜੱਸੀ ਗਿੱਲ ਦੀ ਸਾਂਭ ਲਈ। ਪੰਜਾਬ ਦੀ ਸਿਆਸਤ ਤੇ ਸਾਰੇ ਮਸਲੇ ਤੇ ਖੁੱਲ੍ਹ ਕੇ ਗੱਲਬਾਤ ਕਰਾਂਗੇ। ਪਰਮਿੰਦਰ ਜੀ, ਇਸ ਸਾਰੇ ਦੇ ਵਿੱਚ ਇੱਕ ਗੱਲ ਇਹ ਵੀ ਹੋਈ ਹੈ ਕਿ CM ਚੰਨੀ ਦਾ ਨਾਮ ਤਾਂ ਅਨਾਊਂਸ ਕਰ ਦਿੱਤਾ ਗਿਆ। ਉਹਨਾਂ ਦੀ ਧਰਮ ਪਤਨੀ ਸਿੱਧੂ ਸਾਹਿਬ ਦੀ, ਬੀਬਾ ਨਵਜੋਤ ਕੌਰ ਸਿੱਧੂ, ਉਹ ਇਹ ਗੱਲ ਕਹਿੰਦੇ ਨੇ ਕਿ ਅਸਲ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੱਕਦਾਰ ਸੀ, ਉਹ ਜੋ ਮੈਰਿਟ ਹੈ ਸਾਰੀ ਉਸ ਨੂੰ ਪਾਸ ਕਰਦੇ ਨੇ, ਰਾਹੁਲ ਗਾਂਧੀ ਨੂੰ ਗੁੰਮਰਾਹ ਕਰ ਲਿਆ ਗਿਆ। ਇਹਦੇ ਵਿੱਚ ਗੁਰਜਿੰਦਰ ਜੀ ਪੁੱਛਣ ਵਾਲੀ ਗੱਲ ਤਾਂ ਇਹ ਹੁੰਦੀ ਹੈ ਕਿ ਜਿਸ ਨੂੰ ਤੁਸੀਂ ਹਾਈ ਕਮਾਂਡ ਕਹਿ ਰਹੇ ਹੋ, ਨਵਜੋਤ ਕੌਰ ਸਿੱਧੂ ਨੂੰ ਇਹ ਗੱਲ ਪੁੱਛਣਾ ਬਣਦਾ ਹੈ ਵੀ ਜਿਸ ਨੂੰ ਤੁਸੀਂ ਹਾਈ ਕਮਾਂਡ ਕਹਿ ਰਹੇ ਹੋ, ਜਿਹਦੇ ਹੱਥ ਦੇ ਵਿੱਚ ਵਾਗਡੋਰ ਹੈ ਕਾਂਗਰਸ ਦੀ ਜੀ, ਜਿਹਦੀ ਕਮਾਂਡ ਨਾਲ ਸਾਰੇ ਪੰਜਾਬ ਦੀ ਗੱਲ ਕਰੀਏ ਆਪਾਂ ਤਾਂ ਕਾਂਗਰਸ ਦੀ ਸਰਕਾਰ ਜੇ ਬਣਦੀ ਹੈ ਤਾਂ ਉੱਥੋਂ ਦੀ ਕਮਾਂਡ ਹੋਊਗੀ ਨਾ, ਤੇ ਉਹ ਰਾਹੁਲ ਗਾਂਧੀ ਦੀ ਕਮਾਂਡ ਹੋਊਗੀ। ਰਾਹੁਲ ਗਾਂਧੀ ਦੇ ਹੱਥ 'ਚ ਹੈ ਸਾਰਾ ਕੁਛ, ਉੱਥੋਂ ਹੀ ਵਜ਼ੀਰੀਆਂ ਮਿਲਣੀਆਂ ਨੇ, ਉੱਥੋਂ ਹੀ ਟਿਕਟਾਂ ਮਿਲਣੀਆਂ ਨੇ, ਉੱਥੋਂ ਹੀ ਮਦਦ ਮਿਲਣੀ ਹੈ, ਉੱਥੋਂ ਹੀ ਏਜੰਡੇ ਹੋਣੇ ਨੇ, ਉੱਥੋਂ ਹੀ ਸਕੀਮਾਂ ਆਉਣੀਆਂ ਨੇ, ਉਹ ਕਿਹੜੀ ਸਕੀਮ ਲਾਗੂ ਕਰਨੀ ਹੈ, ਕਿਹੜਾ ਬਿਆਨ ਦੇਣਾ, ਸਭ ਕੁਛ ਉੱਥੋਂ ਹੀ ਆ। ਫਿਰ ਜੇ ਉਹ ਬੰਦਾ ਗੁੰਮਰਾਹ ਹੋ ਸਕਦਾ ਹੈ ਜਿਸ ਨੇ ਕੰਟਰੋਲ ਕਰਨਾ ਹੈ ਜੀ, ਜੇ ਉਹ ਬੰਦਾ ਗੁੰਮਰਾਹ ਹੋ ਸਕਦਾ ਹੈ ਔਰ ਕੁਛ ਬੰਦੇ ਗੁੰਮਰਾਹ ਕਰ ਸਕਦੇ ਨੇ, ਫਿਰ ਤਾਂ ਉਹ ਨਾਦਾਨ ਹੈ। ਫਿਰ ਉਹਦੇ ਮਗਰ ਕਿਉਂ ਲੱਗੇ ਹੋਏ ਜੀ? ਉਸ ਦੀ ਅਗਵਾਈ ਕਿਉਂ ਕਬੂਲੀ ਜਾ ਰਹੀ ਹੈ ਫਿਰ ਨਵਜੋਤ ਸਿੰਘ ਸਿੱਧੂ ਵੱਲੋਂ? ਇੱਕ ਜਿਹੜਾ ਬੰਦਾ ਗੁੰਮਰਾਹ ਹੀ ਹੋ ਗਿਆ, ਜਿਹਦੀ ਆਪਦੀ ਕੋਈ ਸੋਚ ਨਹੀਂ ਹੈਗੀ, ਜਿਹੜਾ 2-4 ਬੰਦਿਆਂ ਦੇ ਕਹੇ ਦੇ ਵਿੱਚ ਆ ਗਿਆ, ਪਿੱਛੇ ਲੱਗੂਗਾ ਫਿਰ ਤਾਂ ਉਹ। ਯਾਨੀ ਕਿ ਇੱਥੇ ਕੁਐਸਚਨ ਕੇਵਲ ਤੇ ਕੇਵਲ ਚੰਨੀ ਦੇ ਨਹੀਂ ਉੱਤੇ, ਰਾਹੁਲ ਗਾਂਧੀ ਦੀ ਕਾਰਜ ਕੁਸ਼ਲਤਾ ਤੇ ਕਹਿ ਸਕਦੇ ਹਾਂ, ਉਹਦੀ ਇੰਟੈਲੀਜੈਂਸੀ ਤੇ ਕਹਿ ਸਕਦੇ ਹਾਂ, ਕਿ ਜਾਂ ਉਹਦੀ ਕਮਾਂਡ ਤੇ ਕਹਿ ਸਕਦੇ ਹਾਂ ਕਿ ਉਹਦੀ ਕਮਾਂਡ ਕਿੰਨੀ ਕੁ ਨਹੀਂ ਫਿਰ ਤਾਂ ਸਾਬਤ ਹੋ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਪ੍ਰਤੀ ਵੀ ਗੁੰਮਰਾਹ ਹੋ ਗਏ ਉਹ, ਨਵਜੋਤ ਸਿੰਘ ਸਿੱਧੂ ਨੇ ਗੁੰਮਰਾਹ ਕਰ ਲਏ, ਗੱਦੇ ਤੋਂ ਲਾ ਤੇ ਕੈਪਟਨ ਅਮਰਿੰਦਰ ਗੁੰਮਰਾਹ ਹੋ ਕੇ ਹੋਇਆ ਕੰਮ। ਫਿਰ ਤਾਂ ਸਾਰਾ ਕੁਛ ਹੀ ਗੁੰਮਰਾਹ ਵਾਂਗੂ ਹੈ, ਆਪਾਂ ਕਹਿ ਸਕਦੇ ਹਾਂ ਫਿਰ ਤਾਂ ਨਾਦਾਨ ਬੰਦਾ। ਫਿਰ ਤਾਂ ਜਿਹੜਾ ਵਰਡ ਨਵਜੋਤ ਸਿੰਘ ਸਿੱਧੂ ਨੇ ਕਿਸੇ ਟਾਈਮ ਭਾਜਪਾ 'ਚ ਹੁੰਦੇ ਹੋਏ ਦਿੱਤਾ ਸੀ, ਫਿਰ ਸਹੀ ਹੈ ਉਹ। ਫਿਰ ਅੱਜ ਫਿਰ
ਫਿਰ ਉਸ ਦੀ ਅਗਵਾਈ ਕਬੂਲਣ ਦਾ ਨਵਜੋਤ ਸਿੰਘ ਸਿੱਧੂ ਪਰਿਵਾਰ ਨੂੰ ਕੋਈ ਅਧਿਕਾਰ ਵੀ ਨਹੀਂ ਰਹਿ ਜਾਂਦਾ। ਇਹ ਆਪਣੇ ਆਪ ਨੂੰ ਇੰਟੈਲੀਜੈਂਟ ਕਹਿੰਦੇ ਨੇ, ਤੇ ਫਿਰ ਇੱਕ ਮਤਲਬ ਕਹਿ ਲਓ, ਮੈਂ ਕਹਿ ਨਹੀਂ ਸਕਦਾ ਵੀ ਇੱਕ ਮੂਰਖ ਬੰਦੇ ਦੀ ਕਿਉਂ ਅਗਵਾਈ ਕਬੂਲੀ ਜਾ ਰਹੀ ਹੈ, ਜੋ ਜਿਹੜਾ ਗੁੰਮਰਾਹ ਹੀ ਹੋ ਰਿਹਾ ਹੈ ਜੀ, ਮੂਰਖ ਹੀ ਹੋਊਗਾ ਫਿਰ ਬੰਦਾ ਉਹ। ਤੇ ਉਹਨੂੰ ਲੀਡਰ ਬਣਨ ਦਾ ਵੀ ਅਧਿਕਾਰ ਇਹਨਾਂ ਨੇ ਦਿੱਤਾ ਨਾ, ਸਾਰੇ ਉਹਨੂੰ ਲੀਡਰ ਮੰਨਦੇ ਨੇ। ਇਹ ਤਾਂ ਕਹਿੰਦੇ ਮੇਰਾ ਕੈਪਟਨ ਰਾਹੁਲ, ਬਿਲਕੁਲ, ਹੈ ਨਾ। ਹੁਣ ਇਸ ਵਾਰੀ ਜਦੋਂ ਚੰਨੀ ਦੇ ਨਾਮ ਦੀ ਅਨਾਉਂਸਮੈਂਟ ਹੋਈ ਆ ਉਮੀਦਵਾਰ ਵਜੋਂ, ਇੱਥੇ ਵੀ ਰਾਹੁਲ ਨੂੰ ਕਿਹਾ ਮੈਂ ਤੈਨੂੰ ਪਿਆਰ ਕਰਦਾ, ਮੈਂ ਤਾਂ ਤੇਰੇ ਪਿਆਰ ਦਾ ਭੁੱਖਾ ਹੈ, ਮੈਨੂੰ ਹੋਰ ਕੁਛ ਨਹੀਂ ਚਾਹੀਦਾ। ਯਾਨੀ ਕਿ ਫਿਰ ਇੱਕ ਗੁੰਮਰਾਹ ਹੋਏ ਬੰਦੇ ਨਾਲ ਪਿਆਰ ਕਰਨਾ ਜਾਂ ਇੱਕ ਗੁੰਮਰਾਹ ਹੋਏ ਬੰਦੇ ਦੀ ਅਗਵਾਈ ਕਬੂਲਣੀ, ਇਹਨੂੰ ਕੀ ਨਾਮ ਦਵੋਗੇ? ਠੀਕ ਹੈ। ਤੇ ਤੀਜੀ ਗੱਲ ਆਪਾਂ ਇਹ ਕਰ ਸਕਦੇ ਕਿ ਇਹਨਾਂ ਨੇ ਸਿੱਧੂ ਪਰਿਵਾਰ ਨੂੰ ਪੂਰਨ ਤੌਰ ਤੇ ਭਰੋਸਾ ਸੀਗਾ, ਕਿਉਂਕਿ ਜਿਹੜੇ ਦੇ ਸਲਾਹਕਾਰ ਸੀਗੇ ਆਲੇ ਦੁਆਲੇ ਵਾਲੇ ਨਵਜੋਤ ਸਿੰਘ ਸਿੱਧੂ ਦੇ, ਉਹਨਾਂ ਦੇ ਕਹੇ ਮੁਤਾਬਕ ਤਾਂ ਇਹੀ ਸੀ ਨਾ ਕਿ ਨਵਜੋਤ ਸਿੰਘ ਸਿੱਧੂ ਤੇਰੇ ਤੋਂ ਬਿਨਾਂ ਕੋਈ ਚਿਹਰਾ ਹੈ ਨਹੀਂ ਹੋਰ ਜਿਹਨੂੰ ਅਨਾਉਂਸਮੈਂਟ ਕਰ ਸਕਣ, ਜਿਹਦੇ ਨਾਂ ਦੀ ਇਹ ਜੀ ਕਿ ਤੂੰ ਰੌਲਾ ਪਾ, ਹਨਾ। ਉਹ ਹੁਣ ਉਸ ਤੋਂ ਬਿਨਾਂ ਇਹ ਵੀ ਸੀਗਾ ਕਿ ਹੋਰ ਕੋਈ ਚਿਹਰਾ ਹੈ ਹੀ ਨਹੀਂ। ਸੁਨੀਲ ਜਾਖੜ ਪਹਿਲਾਂ ਹੀ ਨਾਰਾਜ਼ ਹੈ, ਕੈਪਟਨ ਹਟ ਗਿਆ, ਬਾਕੀ ਬੰਦੇ ਸ਼ਾਂਤ ਬੈਠੇ ਨੇ, ਕੁਝ ਬੰਦੇ ਸਿੱਧੂ ਸਾਹਿਬ ਦਾ ਸਾਥ ਦੇਈ ਜਾਂਦੇ ਆ ਜੀ। ਤੇ ਇਸ ਕਰਕੇ ਇਹਨਾਂ ਨੂੰ ਆਸ ਸੀਗੀ ਪੂਰਨ ਤੌਰ ਤੇ, ਉਹਦੇ ਕਰਕੇ ਇੱਕ ਐਂ ਕਰੋ ਝਟਕਾ ਲੱਗਿਆ, ਉਹਦੇ ਝਟਕੇ ਨੂੰ ਨਾ ਸਹਾਰਦੇ ਹੋਏ ਇਸ ਤਰ੍ਹਾਂ ਦੇ ਬਿਆਨ ਜਿਹੜੇ ਹੈਗੇ ਉਹ ਸਾਹਮਣੇ ਆ ਰਹੇ ਨੇ ਨਵਜੋਤ ਕੌਰ ਸਿੱਧੂ ਵੱਲੋਂ ਵੀ। ਸਿੱਧੂ ਵੀ ਚੁੱਪ ਕਰਕੇ ਬੈਠਾ, ਉਹ ਜਦੋਂ ਪਹਿਲਾਂ ਐਕਟਿਵ ਸੀ ਟੋਟਲੀ ਸੋਸ਼ਲ ਮੀਡੀਆ ਦੇ ਉੱਤੇ, ਤੇ ਹੁਣ ਸ਼ਾਂਤੀ ਹੈ, ਆਪਣੇ ਸੀਮਤ ਬੰਦਿਆਂ ਤੱਕ ਸੀਮਤ ਹੋ ਕੇ ਰਹਿ ਗਿਆ, ਆਪਣੇ ਹਲਕੇ ਤੱਕ ਸੀਮਤ ਹੋ ਕੇ ਰਹਿ ਗਿਆ। ਨਹੀਂ ਤਾਂ ਹਰ ਰੋਜ਼ ਕੁਛ ਨਾ ਕੁਛ ਬਿਆਨਬਾਜ਼ੀ, ਕੋਈ ਨਵਾਂ ਏਜੰਡਾ। ਹੁਣ ਕਹਿੰਦੇ ਮੇਰਾ ਏਜੰਡਾ ਮੇਰਾ ਲਾਗੂ ਹੋਊਗਾ ਤਾਂ ਚੰਨੀ ਕਰੂਗਾ। ਇਹ ਸਭ ਮਤਲਬ ਐਂ ਕਹਿ ਸਕਦੇ ਹਾਂ। ਕੁਛ ਲੋਕ ਬਹੁਤ ਸਾਰੇ ਇਸ ਤਰ੍ਹਾਂ ਦੇ ਨੇ ਜਿਹੜੇ ਸਿੱਧੂ ਨੂੰ ਇਹ ਗੱਲ ਕਰਦੇ ਨੇ ਕਿ ਸਿੱਧੂ ਪੰਜਾਬ ਦੀ ਗੱਲ ਕਰ ਰਿਹਾ ਹੈ, ਸਿੱਧੂ ਪੰਜਾਬ ਮਾਡਲ ਦੀ ਗੱਲ ਕਰਦਾ ਹੈ। ਚੰਗੇ ਭਲੇ ਅੱਛੇ ਲੋਕ ਸਿੱਧੂ ਦੇ ਇੱਦਾਂ ਮਗਰ ਲੱਗੇ ਕਿ ਗੱਲ ਕਰ ਰਹੇ। ਨਵਜੋਤ ਸਿੰਘ ਸਿੱਧੂ ਹੋਰਾਂ ਦੇ ਹੋਰ ਵੀ ਬਿਆਨ ਛਪੇ ਨੇ। ਉਹ ਕਹਿੰਦੇ ਪ੍ਰਸ਼ਾਂਤ ਕਿਸ਼ੋਰ ਮੇਰੇ ਕੋਲ ਆਏ ਸੀ ਜਦੋਂ 17 ਦੀ ਇਲੈਕਸ਼ਨ ਸੀ, ਉਹ ਕਹਿੰਦੇ ਸੀ ਕਿ ਤੁਸੀਂ ਸਾਨੂੰ ਜੁਆਇਨ ਕਰ ਲਓ ਆ ਕੇ। ਉਦੋਂ ਪ੍ਰਸ਼ਾਂਤ ਕਿਸ਼ੋਰ ਦੱਸਿਆ ਸੀ ਕਿ ਅਸੀਂ 35 ਤੋਂ 40 ਸੀਟਾਂ ਜਿੱਤ ਰਹੇ ਹਾਂ। ਜਦੋਂ ਮੈਂ ਆ ਗਿਆ ਉਦੋਂ ਅਸੀਂ 77 ਸੀਟਾਂ ਜਿੱਤੀਆਂ 117 ਦੇ ਵਿੱਚੋਂ। ਮੁੱਖ ਮੰਤਰੀ ਦੀ ਜਦੋਂ ਗੱਲ ਚੱਲੀ ਉਹ ਕਹਿੰਦੇ 60 MLA ਤਾਂ ਜਿੱਤੇ ਜਾਣ, ਜਦੋਂ 60 MLA ਜਿੱਤੇ ਜਾਣਗੇ ਮੁੱਖ ਮੰਤਰੀ ਦਾ ਫੇਰ ਹੀ ਬਣੂਗਾ ਨਾ। ਨਹੀਂ ਹੁਣ ਗੱਲ ਫਿਰ ਉਹੀ ਆ ਗਈ ਵੀ ਕਿਸੇ ਦੇ ਕਹੇ ਤੋਂ ਤੁਸੀਂ ਆ ਰਹੇ ਹੋ। ਹੁਣ ਕਹਿੰਦੇ ਕਿਸੇ ਦੇ ਕਹੇ ਤੋਂ ਗੁੰਮਰਾਹ ਹੋ ਗਿਆ ਬੰਦਾ ਜੀ। ਕਿ ਪਹਿਲਾਂ ਪ੍ਰਸ਼ਾਂਤ ਨੇ ਗੁੰਮਰਾਹ ਕਰ ਲਿਆ ਫਿਰ ਸਿੱਧੂ ਨੂੰ। ਜੇ ਤਾਂ ਆਹ ਗੱਲ ਕਰਨੀ ਹੈ, ਸਿੰਪਲ ਜੀ ਗੱਲ ਹੈ। ਜਾਂ ਤਾਂ ਤੁਸੀਂ ਕਹੋ ਵੀ ਸਾਡਾ ਆਪਦਾ ਦਿਮਾਗ ਹੈ, ਅਸੀਂ ਆਪਣੇ ਦਿਮਾਗ ਨਾਲ ਕੰਮ ਕਰਦੇ ਹਾਂ, ਅਸੀਂ ਆਪਣੇ ਦਿਮਾਗ ਨਾਲ ਹੀ ਚੱਲਦੇ ਹਾਂ। ਠੀਕ ਹੈ, ਹਰ ਇੱਕ ਬੰਦਾ ਐਂ ਚੱਲਦਾ ਹੈ। ਹਰ ਇੱਕ ਬੰਦਾ ਕਹਿੰਦਾ ਮੈਂ ਕੋਈ ਮੂਰਖ ਥੋੜ੍ਹੀ ਹਾਂ, ਮੈਨੂੰ ਕੋਈ ਮੂਰਖ ਥੋੜ੍ਹੀ ਬਣਾ ਸਕਦਾ, ਹਰ ਇੱਕ ਸੋਚਦਾ। ਸੋ ਜੇ ਤੁਸੀਂ ਐਂ ਗੱਲ ਕਰਦੇ ਹੋ ਵੀ ਤੁਹਾਨੂੰ ਕੋਈ ਹੋਰ ਲੈ ਕੇ ਆਇਆ ਬੰਦਾ, ਤਾਂ ਹੋ ਸਕਦਾ ਉਹਨੇ ਵੀ ਤੁਹਾਨੂੰ ਗੁੰਮਰਾਹ ਕਰਤਾ ਹੋਵੇ, ਤੁਸੀਂ ਇੱਧਰ ਆ ਗਏ। ਤੁਹਾਡੀ ਕੋਈ ਆਪਣੀ ਸੋਚ ਹੀ ਨਹੀਂ ਸੀ ਦਾ ਮਤਲਬ। ਤੁਹਾਨੂੰ ਕੀ ਚੀਜ਼ ਸੋਚੀ ਤੁਸੀਂ ਵੀ ਇੱਧਰ ਆ ਗਏ। ਜੇ ਤੁਹਾਡੇ ਨਾਲ 77 ਸੀਟਾਂ ਆਈਆਂ ਸੀ ਉਹ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਵੀ ਸਿੱਧੂ ਕਰਕੇ ਸੀਟਾਂ ਆਈਆਂ ਨੇ, ਕੇਵਲ ਤੇ ਕੇਵਲ ਤੁਹਾਨੂੰ ਪਤਾ ਹੈ, ਜਾਂ ਤੁਸੀਂ ਆਪਣਾ ਨਾ ਕਰਨਾ ਚਾਹੁੰਦੇ ਹੋ। ਬਿਲਕੁਲ ਇਹ ਸਾਰਾ ਕੁਝ ਵਿੱਚ ਮਤਲਬ ਸੋਚਣਾ ਚਾਹੀਦਾ ਲੋਕਾਂ ਨੂੰ ਵੀ। ਮੈਂ ਗੱਲ ਕਰ ਰਿਹਾ ਸੀ ਕਿ ਕੁਛ ਬੰਦੇ ਜਿਹੜੇ ਮਗਰ ਏਦਾਂ ਹੀ ਫੋਲੋਅਰ ਹੁੰਦੇ ਨੇ, ਅੱਖਾਂ ਮੀਚ ਕੇ ਕਿਸੇ ਨੇ ਆ ਕੇ ਗੱਲ ਕਰਤੀ ਬਿਆਨ ਦੇ ਉਹਦੇ ਮਗਰੇ ਲੱਗ ਜਾਂਦਾ। ਕੋਈ ਵੀ ਹੈ, ਚਾਹੇ ਮੈਂ ਸਿੱਧੂ ਦਾ ਨਾਂ ਨਹੀਂ ਇੱਥੇ ਲੈ ਰਿਹਾ ਇਕੱਲੇ ਦਾ, ਬਾਕੀ ਵੀ ਹੈਗੇ ਨੇ ਬਹੁਤ ਸਾਰੇ ਪੋਲੀਟੀਸ਼ੀਅਨ ਦਾ, ਸਾਰੇ ਇੱਦਾਂ ਦੇ ਨੇ ਆ ਕੇ ਆਪਣੇ ਆਪ ਨੂੰ ਪੇਸ਼ ਕਰ ਦਿੰਦੇ ਵੀ ਮੈਂ ਕਰ ਦੂੰ, ਮੈਂ ਲੋਕ ਉਹਦੇ ਮਗਰ ਲੱਗ ਜਾਂਦੇ ਨੇ। ਗੱਲ ਤਾਂ ਦੇਖੋ ਪੰਜਾਬ ਦੇ ਵਿੱਚ ਬਹੁਤ ਸਾਰੇ ਬੁੱਧੀਜੀਵੀ ਵਰਗ ਬੈਠਾ ਹੈ ਜਿਨ੍ਹਾਂ ਕੋਲ ਇਹਨਾਂ ਨਾਲੋਂ ਕਿਤੇ ਸਿਆਣਪ ਵੱਧ ਹੈ, ਕਿਤੇ ਤਜਰਬਾ ਵੱਧ ਹੈ। ਉਹਨਾਂ ਨੇ ਕਿਤਾਬਾਂ ਲਿਖ ਮਾਰੀਆਂ, ਉਹਨਾਂ ਨੇ ਸਰਚ ਕਰਕੇ ਖੋਜਾਂ ਕਰਕੇ ਅੰਕੜੇ ਪੇਸ਼ ਕਰਤੇ। ਉਹਨਾਂ ਨੇ ਇਹ ਵੀ ਦੱਸਤਾ ਕਿ ਕੀ ਸੀ ਪੰਜਾਬ, ਹੁਣ ਕੀ ਹੈ, ਤੇ ਇਸ ਦਲਦਲ ਚੋਂ ਕਿਵੇਂ ਨਿਕਲੂਗਾ। ਪਰ ਉਹ ਨਾ ਬੋਲਦੇ ਨੇ ਸਟੇਜਾਂ ਤੇ ਜਾ ਕੇ, ਇੱਦਾਂ ਗਾਹ ਪਾਉਂਦੇ ਨੇ ਵਿਚਾਰੇ ਆਪ, ਕੋਈ ਉਹਨਾਂ ਨੂੰ ਸ਼ੌਕ ਨਹੀਂ ਕਿ ਮੈਂ ਆਪਣੇ ਆਪ ਨੂੰ ਪੇਸ਼ ਕਰਾਂ। ਇੱਕ ਗੱਲ ਉਹ ਇਹ ਵੀ ਸਮਝ ਚੁੱਕੇ ਨਾ ਕਿ ਪੰਜਾਬ ਦੇ ਲੋਕ ਸਾਡੇ ਐਕਸੈਪਟ ਨਹੀਂ ਕਰਦੇ ਨਹੀਂ ਛੇਤੀ ਕਿਸੇ ਗੱਲ ਨੂੰ। ਜਿਹੜਾ ਸਿਸਟਮ ਬਣਿਆ ਹੋਇਆ ਪੋਲੀਟੀਕਲ ਸਿਸਟਮ, ਇਹਨੂੰ ਛੱਡਣਾ ਨਹੀਂ ਚਾਹੁੰਦੇ। ਇਹ ਸਿਸਟਮ ਕ੍ਰੀਏਟ ਇਹਨਾਂ ਵੱਲੋਂ ਕੀਤਾ ਗਿਆ ਗੁਰਜਿੰਦਰ ਜੀ, ਪੋਲੀਟੀਸ਼ੀਅਨਾਂ ਵੱਲੋਂ, ਕਿ ਇਹ ਪੰਜਾਬ ਦੇ ਲੋਕ ਬਹੁਤ ਛੇਤੀ ਇਸ ਗੱਲ ਨੂੰ ਸਮਝ ਨਾ ਪਾਉਣ। ਇਹ ਇਹਨਾਂ ਨੇ ਕੀਤਾ ਹੋਇਆ। ਇਹ ਛੇਤੀ ਕਿਤੇ ਤਾਂ ਫਿਰ ਇੱਕ ਆਪ ਹੀ ਰੌਲਾ ਪਾਈ ਜਾਂਦੇ ਨੇ, ਕਹਿੰਦੇ ਉੱਤਰ ਘਾਟੋ ਮੈਂ ਚੜ੍ਹਾਂ, ਕਦੇ ਅਕਾਲੀ ਆ ਗਏ, ਕਦੇ ਕਾਂਗਰਸ, ਕਦੇ ਅਕਾਲੀ, ਕਦੇ ਕਾਂਗਰਸ, ਕਦੇ ਅਕਾਲੀ, ਕਦੇ ਏਦਾਂ ਹੁੰਦਾ ਰਿਹਾ। ਕਿਉਂ ਹੁੰਦਾ ਰਿਹਾ?
ਇਸ ਤਰ੍ਹਾਂ ਦਾ ਸਿਸਟਮ ਕ੍ਰੀਏਟ ਕੀਤਾ ਜਾਂਦਾ ਰਿਹਾ। ਪੋਲੀਟੀਸ਼ੀਅਨਾਂ ਤੋਂ ਲੈ ਕੇ ਹੇਠਲੇ ਲੈਵਲ ਤੱਕ ਵਿੱਚ ਹੀ ਸਾਰੇ ਅਫਸਰਸ਼ਾਹੀ ਸਭ ਕੁਝ ਵਿੱਚ ਹੀ ਆਉਂਦੀ ਹੈ, ਰਲੀ ਮਿਲੀ ਭਗਤ ਸਭ ਕਿਤੇ ਚੱਲਦੀ ਹੈ ਜੀ। ਉਸ ਕਰਕੇ ਹੀ ਸਿਸਟਮ ਗੰਧਲਾ ਹੋਇਆ। ਇਹ ਗੰਧਲਾਪਣ ਇਹਨਾਂ ਦਾ ਹੈ, ਲੋਕਾਂ ਦਾ ਨਹੀਂ ਹੈ। ਆਪਾਂ ਕਹਿੰਦੇ ਨਾ ਸਿਸਟਮ ਖਰਾਬ ਆ, ਸਿਸਟਮ ਖਰਾਬ ਹੋਏ ਨਾ ਇਹ ਨਾ ਆ ਜਿਹੜੇ ਉੱਪਰ ਬੈਠੇ ਨੇ ਨਾ ਪੋਲੀਟੀਸ਼ੀਅਨਾਂ ਤੋਂ ਲੈ ਕੇ ਚਾਹੇ ਸਰਕਾਰੀ ਜੌਬ ਦੇ ਵਿੱਚ ਪੀਐਨ ਵੀ ਬੈਠਾ ਹੈ, ਨਹੀਂ ਲੋਕਾਂ ਦਾ ਇੱਕ ਗੱਲ ਤਾਂ ਹੈਗੀ ਆ ਨਾ, ਦੇਖੋ ਲੋਕ ਆਪਣੇ ਆਪ ਦੀ ਵੀ ਸਾਡੀ ਸਮਰੱਥਾ ਕੀ ਹੈ ਇਹ ਤਾਂ ਭੁੱਲ ਜਾਂਦੇ ਨੇ। ਜਦੋਂ ਲੋਕਾਂ ਨੂੰ ਇਸ ਗੱਲ ਦਾ ਪਤਾ, ਹਜੇ ਕਿੰਨਾ ਸਮਾਂ ਬੀਤਿਆ 3 ਖੇਤੀ ਕਾਨੂੰਨ ਰੱਦ ਹੋਇਆ ਨੂੰ, ਲੋਕਾਂ ਨੂੰ ਪਤਾ ਕਿ ਜਦੋਂ ਅਸੀਂ ਇਕੱਠੇ ਹੋਏ ਸੀ ਉਦੋਂ ਮੰਗ ਮਨਾ ਸਕੀ ਨਾ ਸਰਕਾਰ ਤੋਂ। ਜਦੋਂ ਇੱਥੇ ਅਸੀਂ ਆ ਕੇ ਆਪਣੇ ਲੀਡਰਾਂ ਦੇ ਪਿੱਛੇ ਲੱਗ ਗਏ ਕਿ ਇੱਥੋਂ ਸਾਨੂੰ ਸਰਪੰਚੀ ਮਿਲ ਜੂਗੀ, ਐਮਸੀ ਬਣ ਜਾਏਗੇ ਅਸੀਂ, ਚੇਅਰਮੈਨ ਬਣ ਜਾਏਗੇ ਅਸੀਂ, ਉਦੋਂ ਮਤਲਬ ਪਟ ਜਾਂਦੇ ਹੋ ਨਾ। ਭਾਵੇਂ ਸਿਸਟਮ ਉਹਨਾਂ ਨੇ ਦਿੱਤਾ, ਸਮਝ ਤਾਂ ਲੋਕਾਂ ਦੀ ਹੈਗੀ ਏ। ਦੇਖੋ ਪਲਟਣਾ ਤਾਂ ਲੋਕਾਂ ਨੇ ਹੁੰਦਾ ਹੈ, ਲੋਕ ਇਨਕਲਾਬ ਲੈ ਕੇ ਆਉਂਦੇ ਨੇ, ਇਹਨਾਂ ਨੇ ਥੋੜੀ ਇਨਕਲਾਬ ਲੈ ਕੇ ਆਉਣਾ ਹੁੰਦਾ, ਇਹ ਤਾਂ ਬਕਾਊ ਹੁੰਦੇ ਨੇ। ਇਹਨਾਂ ਨੇ ਤਾਂ ਹੁਣ ਮਾਫ ਕਰਨਾ, ਜੇ ਤੁਸੀਂ ਇਸ ਚੀਜ਼ ਦੀ ਵੀ ਉਦਾਹਰਨ ਮੰਗਣ ਲੱਗ ਜਾਣਗੇ, ਬਥੇਰੇ ਕਮੈਂਟ ਕਰਨ ਵਾਲੇ ਬੈਠੇ ਹੁੰਦੇ ਨੇ, ਉਹਨਾਂ ਨੇ ਦੇਖਣਾ ਹੁੰਦਾ ਇਹ ਕਿਵੇਂ, ਉਹ ਇੱਥੇ ਵੀ ਕਰਦੇ ਕਿਵੇਂ ਬਕਾਊ ਹੋ ਜਾਂਦੇ ਨੇ। ਉਹ ਆਹ ਹੁਣ ਦਲ ਬਦਲੂ ਕੀ ਨੇ, ਕਿਹੜੇ ਨੇ ਦਲ ਨਹੀਂ ਬਦਲਿਆ ਮੈਨੂੰ ਦੱਸੋ, ਕਿਸ ਨੇ ਨਹੀਂ ਦਲ ਬਦਲਿਆ ਜੀ। ਕਿਹੜਾ ਤੁਸੀਂ ਭਾਜਪਾ ਸਿੱਧੂ ਦੀ ਗੱਲ ਕਰਦੇ ਤਾਂ ਸਿੱਧੂ ਕੋਈ ਦਲ ਬਦਲ ਕੇ ਨਹੀਂ ਆਇਆ, ਕੈਪਟਨ ਅਮਰਿੰਦਰ ਸਿੰਘ ਨੇ ਦਲ ਨਹੀਂ ਬਦਲੇ, ਕਿਹਨੇ ਨਹੀਂ ਦਲ ਬਦਲੇ। ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੀ ਗੱਲ ਕਰ ਲਓ, ਕਿੱਥੇ ਤੋਂ ਕਿੱਥੇ ਆ। ਉਹਨਾਂ ਦੇ ਅਕਾਲੀ ਦਲ ਦੇ ਜਿਹੜੇ ਵੱਡੇ ਆਗੂ ਨੇ ਉਹਨਾਂ ਦੀ ਗੱਲ ਕਰ ਲਓ, ਹੋਰਾਂ ਦੀ ਗੱਲ ਕਰ ਲਓ, ਹੋਰ ਪਾਰਟੀਆਂ ਦੀ, ਆਪ ਦੀ ਗੱਲ ਕਰ ਲਓ, ਆਪ ਚੋਂ ਕਿੰਨੇ ਗਏ ਕਿੰਨੇ ਆ ਗਏ, ਕਿੱਥੋਂ ਆਏ ਨੇ। ਬਿਲਕੁਲ। ਸੋ ਜੇ ਇਹਨਾਂ ਨੂੰ ਲਾਲਚ ਨਹੀਂ ਕੋਈ, ਜੇ ਇਹਨਾਂ ਦਾ ਕੋਈ ਨਿੱਜੀ ਫਾਇਦਾ ਨਹੀਂ, ਜੇ ਇਹ ਆਪਣੇ ਆਪ ਨੂੰ ਬਕਾਊ ਮਾਲ ਨਹੀਂ ਸਮਝਦੇ, ਜੇ ਇਹ ਆਪਣੇ ਸਟੈਂਡ ਤੇ ਖੜੇ ਹੁੰਦੇ ਨੇ, ਫਿਰ ਦਲ ਬਦਲਣ ਦਾ ਮਤਲਬ ਕੀ ਹੈ ਬਈ, ਦੱਸੋ ਕਿਸ ਕਾਰਨ। ਜੇ ਕੁਝ ਕਰ ਸਕਦੇ ਤਾਂ ਉੱਥੇ ਹੀ ਕਰ ਦਿੰਦੇ ਜਿੱਥੇ ਬੈਠੇ ਸੀ, ਪਾਵਰ ਤਾਂ ਮਿਲੀ ਨਾ। ਅੱਜ ਪਾਵਰ ਦੇ ਪਿੱਛੇ ਭੁੱਖੇ ਫਿਰਦੇ ਨੇ, ਦਹਾੜਾ ਮਾਰਦੇ, ਤਾਂ ਜਦੋਂ ਹੈ ਸੀ ਪਾਵਰ ਉਦੋਂ ਕੀ ਕਰ ਲਿਆ ਕਿਸੇ ਨੇ ਵੀ। ਕੋਈ ਕਿਸੇ ਵੀ ਪਾਰਟੀ ਦਾ ਬੰਦਾ ਹੈ ਜਿਹੜਾ ਜਦੋਂ ਸੱਤਾ 'ਚ ਆਇਆ, ਹੁਣ ਸਾਰਿਆਂ ਨੂੰ ਤਾਂ ਸੀਐਮ ਨਹੀਂ ਬਣਾ ਸਕਦੇ ਨਾ। ਜੇ ਕਹਿੰਦੇ ਨੇ ਫਿਰ ਐਮਐਲਏ ਦੀ ਲੋੜ ਕੀ ਹੈ, ਫਿਰ ਐਮਪੀ ਦੀ ਲੋੜ ਕੀ ਹੈ, ਕੈਬਨਿਟ ਦੀ ਕੀ ਲੋੜ ਹੈ। ਜਿਹੜਾ ਬਣ ਗਿਆ ਫਿਰ ਵੇਟ ਕਰੇ ਅਗਲਾ, ਜਾਂ ਫਿਰ ਸਾਰਿਆਂ ਨੂੰ 2-2 ਮਹੀਨੇ ਸਾਰਿਆਂ ਨੂੰ ਦੇ ਦੇਣ ਭਾਈ, ਲੈ ਤੂੰ ਹੁਣ ਸੀਐਮ 2 ਮਹੀਨੇ ਵਾਸਤੇ, ਤੂੰ ਹੁਣ 2 ਮਹੀਨੇ, ਤੂੰ ਹੁਣ 2 ਮਹੀਨੇ ਏਦਾਂ। ਨਹੀਂ ਇਹ ਤਾਂ ਫਿਰ ਮਾਇਆਵਤੀ ਵੀ ਕਹਿੰਦੀ ਹੈ ਨਾ, ਉਹ ਕਹਿੰਦੀ ਕਾਂਗਰਸ ਡਰਾਮੇਬਾਜ਼ ਹੈ। ਮਾਇਆਵਤੀ ਨੂੰ ਪੁੱਛੇ ਵੀ ਕਾਂਗਰਸ ਨੇ ਡਰਾਮਾ ਕੀ ਕੀਤਾ, ਉਹ ਕਹਿੰਦੀ ਕਾਂਗਰਸ ਡਰਾਮੇਬਾਜ਼ ਹੈ ਵੀ ਚੰਨੀ ਨੂੰ, ਚਰਨਜੀਤ ਸਿੰਘ ਚੰਨੀ ਨੂੰ ਐਸੀ ਭਾਈਚਾਰੇ ਦਾ ਹੋਣ ਦੇ ਬਦਲੇ ਵਰਤਿਆ ਜਾ ਰਿਹਾ। ਹੁਣ ਮਾਇਆਵਤੀ ਨੂੰ ਕੋਈ ਪੁੱਛੇ ਵੀ ਤੁਸੀਂ ਵੀ ਤਾਂ ਇਹ ਬਿਆਨ ਦਿੱਤਾ ਹੈ ਕਿ ਸੀਐਮ ਸੁਖਬੀਰ ਸਿੰਘ ਬਾਦਲ ਹੋਣਗੇ, ਤੁਸੀਂ ਕਿਉਂ ਨਹੀਂ ਕਿਹਾ ਵੀ ਸੀਐਮ ਗੜੀ ਹੋਊ ਜਾਂ ਕੋਈ ਹੋਰ ਹੋਊ। ਤੁਸੀਂ ਸੀਐਮ ਸੁਖਬੀਰ ਸਿੰਘ ਬਾਦਲ ਨੂੰ ਕਰਕੇ ਤੁਸੀਂ ਨਹੀਂ ਸ਼ਰੇਆਮ ਉਹ ਕਰਤਾ ਵੀ ਹਾਂ ਇਹ ਵਰਤਿਆ ਗਿਆ ਬੀਐਸਪੀ ਪਾਰਟੀ ਪੂਰੀ। ਤੁਸੀਂ ਸਮਝੌਤਾ ਕਿਹੜੇ ਬੇਸ ਤੇ ਸਮਝੌਤਾ ਕਰ ਲਿਆ? ਤੁਸੀਂ ਰੱਖਿਆ ਪੱਖ, ਲੋਕਾਂ ਦਾ ਪੱਖ ਪੁੱਛਿਆ। ਤੁਸੀਂ ਜਿਸ ਭਾਈਚਾਰੇ ਦੀ ਨੁਮਾਇੰਦਗੀ ਕਰਨ ਦਾ ਦਾਅਵਾ ਠੋਕਦੇ ਹੋ, ਤੁਸੀਂ ਉਸ ਭਾਈਚਾਰੇ ਨੂੰ ਕਦੇ ਕੁਐਸਚਨ ਕੀਤਾ ਕਿ ਅਸੀਂ ਕਿਸ ਪਾਰਟੀ ਨਾਲ ਜਾਣਾ ਚਾਹੀਦਾ ਸਾਨੂੰ? ਜੀ ਤੁਹਾਡੇ ਆਪਦੇ ਬੰਦੇ ਤਾਂ ਰੁੱਸਦੇ ਫਿਰਦੇ ਨੇ। ਤੁਸੀਂ 4 ਸੀਟਾਂ ਲੈ ਕੇ ਖੁਸ਼ ਹੋ ਕੇ ਉੱਥੇ ਬੈਠ ਕੇ ਆਰਾਮ ਨਾਲ ਕਿਹਨਾਂ ਬੇਸਿਸ ਦੇ ਉੱਤੇ ਤੁਸੀਂ ਜਾ ਕੇ ਸਮਝੌਤਾ ਕਰਕੇ ਬੈਠੇ ਹੋ? ਤੁਸੀਂ ਕਿਹੜੇ ਰਾਜ ਦੀ ਗੱਲ ਕਰਦੇ ਹੋ? ਕਿਹੜਾ ਬੀਐਸਪੀ ਦਾ ਰਾਜ ਆ ਜਾਊਗਾ ਗਠਬੰਧਨ? ਇੰਨੀਆਂ ਕਿੰਨੀਆਂ ਕਿ ਸੀਟਾਂ ਨੇ ਤੁਹਾਡੇ ਕੋਲ ਜਿਹੜਾ ਅਕਾਲੀ ਦਲ ਨਾਲ ਸਮਝੌਤਾ ਕਰਕੇ ਇਹਨਾਂ ਲਈਆਂ ਨੇ? ਦੱਸਣ ਕਿ ਕਿੰਨਾ ਕੁ ਫਰਕ ਪੈ ਜਾਊਗਾ ਉਹਨਾਂ ਨਾਲ? ਉਹ ਵੀ ਅਕਾਲੀ ਦਲ ਵਾਪਸ ਮੰਗ ਲੈਂਦਾ। ਉਹੀ ਗੱਲ, ਇਹਨਾਂ ਦੇ ਆਪਦੇ ਬੰਦੇ ਰੁੱਸ ਕੇ ਜਾ ਰਹੇ। ਮੋਹਾਲੀ ਸੀਟ ਤੇ ਹੋਇਆ ਸੀ ਏਦਾਂ। ਹਾਂ, ਇਹ ਪੁੱਛੋ ਤਾਂ ਸੀ ਵੀ ਭਾਈ ਬਿਆਨ ਦੇਣ ਲੱਗੇ, ਲੋਕਾਂ ਨੂੰ ਚਾਹੀਦਾ ਕਿ ਇਹਨਾਂ ਦੇ ਬਿਆਨਾਂ ਦੀ ਪੂਰੀ ਪੁਣਛਾਣ ਕਰਿਆ ਕਰਨ ਵੀ ਇਹ ਬਿਆਨ ਤੁਸੀਂ ਕਿਹੜੇ ਆਧਾਰ ਤੇ ਦੇਤਾ। ਕਿੱਥੇ ਆਪ ਤੁਸੀਂ ਆ ਕੇ ਗਠਬੰਧਨ ਕਰ ਲਿਆ ਇੱਕ ਰਵਾਇਤੀ ਪਾਰਟੀ ਨਾਲ ਜਿਹੜੀ ਅਮੀਰ ਹੈ, ਜਿਨ੍ਹਾਂ ਦੇ ਵਿੱਚ ਭ੍ਰਿਸ਼ਟਾਚਾਰ ਹੋਇਆ, ਜਿਨ੍ਹਾਂ ਦੇ ਰਾਜ ਦੇ ਵਿੱਚ ਦੋਸ਼ ਲੱਗੇ ਕਿ ਬੇਅਦਬੀਆਂ ਹੋਈਆਂ, ਗੋਲੀਬਾਰੀ ਹੋਈ, ਗਰੀਬ ਨੇ ਹੱਥਾਂ ਤੇ ਗੋਲੀਬਾਰੀ ਚੱਲ ਗਈ, ਕੋਈ ਇਨਸਾਫ ਨਹੀਂ ਮਿਲ ਪਾਇਆ, ਜਿਨ੍ਹਾਂ ਨੇ ਇਹਨਾਂ ਚੀਜ਼ਾਂ ਦੇ ਕਰਕੇ ਆਪਣੀ ਸਰਕਾਰ ਖੋਦੀ। ਚਰਨਜੀਤ ਸਿੰਘ ਚੰਨੀ ਕਹਿੰਦੇ ਸੀ ਵੀ ਕਾਂਗਰਸ ਨੇ ਦਲਿਤ ਭਾਈਚਾਰੇ ਨੂੰ ਮੌਕਾ ਦਿੱਤਾ, ਮੈਨੂੰ ਸੀਐਮ ਲਾਇਆ ਤੇ ਹੁਣ ਬੀਐਸਪੀ ਨੂੰ ਤਾਂ ਭੰਗੇ ਕਰ ਦੋ, ਇਹਦਾ ਤਾਂ ਕੋਈ ਹੁਣ ਵਜੂਦ ਰਹੇ ਨਹੀਂ ਗਿਆ ਹੈਗਾ, ਲੋੜ ਹੀ ਨਹੀਂ ਹੋਈ ਅੱਜ ਤਾਂ ਕੋਈ। ਤੰਜ ਜਾ ਕੱਸਿਆ ਸੀ ਉਹਨਾਂ ਨੇ ਵੀ ਭੰਗੇ ਕਰ ਦੋ ਬੀਐਸਪੀ ਨੂੰ। ਤਾਂ ਨਹੀਂ, ਉਹ ਪਤਾ ਕੀ ਫਿਰ ਬੀਐਸਪੀ ਨੂੰ ਤੁਸੀਂ ਆਪਣੇ ਨਾਲ ਰਲਾ ਲਓ। ਜਿਹੜੇ ਦੇਖੋ ਬੀਐਸਪੀ ਆਪਣੇ ਆਪ ਤਾਂ ਕੁਛ ਨਹੀਂ ਨਾ ਹੈਗੀ।
ਜੀ। ਜੇ ਤੁਸੀਂ ਇੱਕ ਭਾਈਚਾਰੇ ਦੀ ਨੁਮਾਇੰਦਗੀ ਕਰ ਰਹੇ ਹੋ ਤਾਂ ਉਹ ਸਾਰਾ ਭਾਈਚਾਰਾ ਤੁਹਾਡੇ ਕੋਲ ਆ ਜਾਣਾ ਚਾਹੀਦਾ ਸੀਗਾ ਹੁਣ ਤੱਕ। ਬੀਐਸਪੀ ਆਪਣੇ ਆਪ ਭੰਗ ਹੋ ਜਾਂਦੀ। ਜੀ। ਬੀਐਸਪੀ ਕੀ ਆ? ਲੋਕਾਂ ਦਾ ਇਕੱਠ ਹੁੰਦਾ ਨਾ ਪਾਰਟੀ ਦਾ। ਬਿਲਕੁਲ। ਤੇ ਜੇ ਉਹ ਲੋਕ ਸਾਰੇ ਹੀ ਇੱਧਰ ਆ ਜਾਣ, ਸਾਰੇ ਹੀ ਨੁਮਾਇੰਦਗੀ ਕਰਨ ਵਾਲੇ ਬੰਦੇ ਉਹਨਾਂ ਦੇ ਤੁਹਾਡੇ ਨਾਲ ਆ ਕੇ ਤੁਹਾਡੇ ਝੰਡੇ ਥੱਲੇ ਇਕੱਠੇ ਹੋ ਜਾਂਦੇ ਨੇ, ਬੀਐਸਪੀ ਕੀ ਕਰੂਗੀ? ਕੌਣ ਹੈ ਬੀਐਸਪੀ ਫਿਰ ਜੀ ਪੰਜਾਬ ਦੇ ਵਿੱਚ? ਆਪਣੇ ਆਪ ਵਜੂਦ ਖਤਮ ਹੋ ਜਾਊਗਾ ਬੀਐਸਪੀ ਦਾ। ਇਹ ਤਾਂ ਗੱਲ ਕਹਿਣ ਦੀ ਨਹੀਂ ਕਿ ਭੰਗ ਕਰ ਦੇਣੀ ਚਾਹੀਦੀ। ਨਾਲੇ ਜੇ ਤੁਹਾਨੂੰ ਬਣਾਤਾ ਤਾਂ ਤੁਸੀਂ ਦੱਸੋ ਵੀ ਤੁਹਾਡੇ 111 ਦਿਨ 'ਚ ਐਸਾ ਕਿਹੜਾ ਫੈਸਲਾ ਲੈ ਲਿਆ ਜਿਹਦੇ ਨਾਲ ਭਾਈਚਾਰੇ ਦੀ ਬੜੀ ਠੁੱਕ ਵੱਜ ਗਈ ਬਈ? ਕੀ ਕੀਤਾ? ਹੁਣ ਫੇਰ ਦੁਬਾਰਾ ਇੱਕ ਮੌਕਾ ਹੋਰ ਦੇ ਦਿਓ। ਬਸ ਮੌਕੇ ਵਾਸਤੇ ਤੁਹਾਨੂੰ ਬਣਾਤਾ ਉਹਨਾਂ ਨੇ ਵੀ ਮੌਕਾ ਮੰਗਣ ਜੋਗੇ ਹੋ ਜਾਣਗੇ। ਦੂਜੇ ਪੱਤਾ ਦਲਿਤ ਕਹਿ ਕੇ ਕਥਿਤ ਤੌਰ ਤੇ ਜਿਹੜਾ ਸ਼ਬਦ ਵਰਤਦੇ ਨੇ ਦਲਿਤ ਕਹਿ ਕੇ ਪ੍ਰਚਾਰ ਕਰਦੇ ਨੇ, ਜਾਂ ਦਲਿਤ ਸ਼ਬਦ ਵਰਤ ਕੇ ਵੋਟਾਂ ਲੈਣੀਆਂ ਚਾਹੁੰਦੇ ਨੇ। ਤੁਸੀਂ ਵੀ ਉਹੀ ਕੰਮ ਕਰਨ ਲੱਗੇ। ਠੀਕ ਹੈ। ਜੇ ਆਪਾਂ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਕਹਿ ਸਕਦੇ ਹਾਂ, ਕੈਪਟਨ ਅਮਰਿੰਦਰ ਸਿੰਘਾਂ ਨੂੰ ਹੋਰਾਂ ਨੂੰ ਕਹਿ ਸਕਦੇ ਹਾਂ, ਜਾਂ ਜਿਹੜੇ ਹੋਰ ਐਮਐਲਏ ਕਰੋੜਾਂ ਅਰਬਾਂਪਤੀ ਬਣ ਗਏ ਉਹਨਾਂ ਨੂੰ ਕਹਿ ਸਕਦੇ ਹਾਂ ਭਾਈ ਐਸੀ ਜਾਦੂ ਦੀ ਛੜੀ ਦਿਓ ਲੋਕਾਂ ਨੂੰ। ਜਿਹੜੇ ਭਾਈਚਾਰੇ ਚੋਂ ਹੈਗੇ ਹੋ ਤੁਸੀਂ, ਕਿਸਾਨਾਂ ਚੋਂ, ਤਾਂ ਕਿਸਾਨਾਂ ਨੂੰ ਵੀ ਦਿਓ ਐਸੀ ਜਾਦੂ ਦੀ ਛੜੀ ਜਿਹਦੇ ਨਾਲ ਤੁਸੀਂ ਕਰੋੜਾਂ ਅਰਬਾਂਪਤੀ ਹੋ ਗਏ। ਤੇ ਚੰਨੀ ਨੂੰ ਵੀ ਕਿਹਾ ਜਾ ਸਕਦਾ ਵੀ ਤੂੰ ਵੀ ਆਪਣੇ ਭਾਈਚਾਰੇ ਨੂੰ ਦੇ ਜਾਂਦਾ ਵੀ 111 ਦਿਨਾਂ 'ਚ ਐਸੀ ਛੜੀ ਕੋਈ ਜਿਹਦੇ ਨਾਲ ਜਿਵੇਂ ਤੂੰ ਅਮੀਰ ਬਣ ਗਿਆ ਇਹ ਵੀ ਬਣ ਜਾਂਦੇ। ਜੇ ਉਹਨਾਂ ਨੇ ਵੀ ਐਂ ਹੱਡ ਘਸਾ ਕੇ ਮਿਹਨਤਾਂ ਕਰਕੇ ਅੱਗੇ ਵਧਣਾ ਹੈ ਤੇ ਉਹਨਾਂ ਦੇ ਬੁੱਕ ਤੇ ਨਹੀਂ ਪੈਣੀ ਮਿਹਨਤ ਦੀ, ਉਹਨਾਂ ਨੇ ਡਾਂਗਾਂ ਖਾਣੀਆਂ ਨੇ ਤੁਹਾਡੇ ਵਰਗਿਆਂ ਤੋਂ ਸੜਕਾਂ ਤੇ ਖਾ ਕੇ, ਫਿਰ ਫਾਇਦਾ ਕੀ ਹੈ? ਛੜੀ ਤੇ ਤਾਂ ਫਿਰ ਈਡੀ 'ਚ ਰੇਡਾਂ ਵੀ ਪੈ ਜਾਂਦੀਆਂ ਨੇ ਨਾ। ਗੱਲ ਤਾਂ ਉਹੀ ਹੈ ਨਾ, ਦਿਖਾਉਣ ਤਾਂ ਸਹੀ ਨਾ, ਪਤਾ ਤਾਂ ਲੱਗੇ ਫਿਰ ਭ੍ਰਿਸ਼ਟਾਚਾਰ ਦੀ ਛੜੀ ਹੈ ਕਿ ਮਿਹਨਤ ਵਾਲੀ ਛੜੀ ਹੈ, ਸਾਹਮਣੇ ਤਾਂ ਆਊਗੀ ਨਾ ਗੱਲ। ਸੋ ਉਹ ਗੱਲ ਜਿਹੜੀ ਦੱਸਣ ਵਾਲੀ ਆ ਉਹ ਤਾਂ ਦੱਸਦੇ ਨਹੀਂ। ਮਿਹਨਤਾਂ ਕਰਕੇ PhDਆਂ ਕਰਕੇ ਇਹਨਾਂ ਦੀ ਪੋਸਟਾਂ ਭਰ ਰਹੇ ਨੇ ਬੱਚੇ। ਤੁਸੀਂ ਪਰਮਿੰਦਰ ਜੀ ਕਿਸਾਨਾਂ ਦੀ ਗੱਲ ਕੀਤੀ। ਕਿਸਾਨ ਆਪਣਾ ਮੈਨੀਫੈਸਟੋ ਲੈ ਕੇ ਆਏ ਨੇ ਕਿ 25,000 ਮਾਸਿਕ ਅਸੀਂ ਆਮਦਨ ਕਰ ਦਾਂਗੇ। ਚਲੋ ਸਾਰਾ ਪ੍ਰੋਗਰਾਮ ਸੀ, ਲੋਕਾਂ ਨੇ ਸੁਣ ਲਿਆ ਉਹ। ਤੇ ਨਾਲ ਇਹ 11 ਨੂੰ 31 ਪ੍ਰੋਗਰਾਮ ਬੀਜੇਪੀ ਦਾ ਆ ਗਿਆ ਕਿ 5 ਏਕੜ ਤੋਂ ਘੱਟ ਤੱਕ ਦੇ ਕਿਸਾਨਾਂ ਦਾ ਸਾਰਾ ਕਰਜ਼ਾ ਮਾਫ, ਸਾਡੀ ਸਰਕਾਰ ਬਣਾਓ, ਸਾਡਾ ਮੁੱਖ ਮੰਤਰੀ ਸੂਬੇ ਦੇ ਵਿੱਚ ਤੁਸੀਂ ਬਣਾ ਦਿਓ। ਟਕੈਤ ਸਾਹਿਬ ਨੇ ਕਿਹਾ ਕਿ ਵੋਟ ਕਿਸਾਨ ਉਸ ਨੂੰ ਪਾਉਣ ਜਿੱਥੇ ਚੋਣਾਂ ਨੇ। ਇਕੱਲੇ ਪੰਜਾਬ ਨੂੰ ਲੈ ਕੇ ਜਾਂ ਯੂਪੀ ਨੂੰ ਲੈ ਕੇ ਬਿਆਨ ਨਹੀਂ ਦਿੱਤਾ। ਹੁਣ ਚੋਣਾਂ ਨੇ ਜਾਂ 23 ਦੇ ਵਿੱਚ ਚੋਣਾਂ ਨੇ ਜਾਂ ਫਿਰ 24 ਦੀ ਚੋਣਾਂ ਨੇ। ਉਹ ਕਹਿੰਦੇ ਕਿਸਾਨ ਉਸ ਪਾਰਟੀ ਨੂੰ ਵੋਟ ਪਾਉਣ ਜਿੱਥੇ ਲੱਗੇ ਕਿ ਹਿੱਤ ਨੇ ਜੋ ਸੁਰੱਖਿਅਤ ਹੈਗੇ ਨੇ ਕਿਸਾਨਾਂ ਦੇ। ਦੇਖੋ ਐਸੀ ਪਾਰਟੀ ਵੈਸੇ ਤਾਂ ਕੋਈ ਦਿਖਦੀ ਨਹੀਂ ਟਕੈਤ ਸਾਹਿਬ ਜੀ, ਜ਼ਿਆਦਾ ਬਿਆਨ ਦੇਣ ਸਪਸ਼ਟ ਜਾਂ ਵੀ ਇਹਨੂੰ ਪਾਰਟੀ ਨੂੰ ਪਾ ਦਿਓ। ਹਾਂ, ਲੋਕ ਜੇ ਆਪਾਂ ਪਹਿਲਾਂ ਵੀ ਗੱਲ ਕੀਤੀ ਇੱਕ ਦੋ ਵਾਰੀ ਪ੍ਰੋਗਰਾਮਾਂ ਦੇ ਵਿੱਚ ਵੀ, ਜੇ ਲੋਕ ਸੱਚੀ ਮੁੱਚੀ ਬਦਲਾਅ ਚਾਹੁੰਦੇ ਨੇ ਤਾਂ ਆਪਣੇ ਹਲਕੇ ਦੇ ਵਿੱਚੋਂ ਆਪ ਚੁਣਨ ਕੋਈ ਬੰਦਾ ਵੀ ਇਹ ਬੰਦਾ ਘਰੇ ਬੈਠਾ ਹੈ, ਇਸ ਕੋਲ ਇਸ ਚੀਜ਼ ਦਾ ਅਨੁਭਵ ਹੈ, ਇਸ ਚੀਜ਼ ਦਾ ਤਜਰਬੇਕਾਰ ਬੰਦਾ ਇਹ, ਇੰਨਾ ਪੜ੍ਹਿਆ ਲਿਖਿਆ, ਇਮਾਨਦਾਰ ਹੈ, ਕੋਈ ਦਾਗ ਨਹੀਂ ਕਿਸੇ ਤਰ੍ਹਾਂ ਦਾ, ਕੋਈ ਕਰੈਕਟਰ ਨਹੀਂ ਇਹਦਾ ਖਰਾਬ, ਤੇ ਇਸ ਬੰਦੇ ਨੂੰ ਚੋਣ ਲੜਾਈ ਜਾਵੇ। ਉਹਨੂੰ ਆਪ ਚੁਣਨ ਬਜਾਏ ਕਿ 40-40 ਲੱਖ ਰੁਪਇਆ ਦੇ ਕੇ ਜਿਹੜਾ ਇਹ ਫੰਡ ਦੇ ਕੇ ਪਾਰਟੀਆਂ ਚੋਣ ਪ੍ਰਚਾਰ ਕਰਵਾ ਕੇ ਚੋਣ ਪ੍ਰਚਾਰ ਦੇ ਨਾਂ ਤੇ ਇਹ ਗਵਨ ਕਰ ਲੈਂਦੇ ਨੇ ਲੋਕਾਂ ਦਾ ਪੈਸਾ, ਤੇ ਬਜਾਏ ਉਹ ਪੈਸਾ ਖਰਾਬ ਹੋਣ ਦੇ ਇਹ ਇੱਦਾਂ ਲੋਕਾਂ ਨੂੰ ਚੁਣਦੇ ਨੇ ਇਕੱਠੇ ਹੋ ਗਏ, ਤੇ ਮੇਰੇ ਖਿਆਲ ਵਧੀਆ ਸੋਚ ਹੋ ਸਕਦੀ ਹੈ, ਵਧੀਆ ਬੰਦੇ ਅੱਗੇ ਆ ਸਕਦੇ ਨੇ। ਠੀਕ ਹੈ। ਤੇ ਇਹ ਫੈਸਲਾ ਕਿ ਲੋਕ ਆਪ ਦੇਖਣ ਟਕੈਤ ਸਾਹਿਬ ਦਾ ਇਹ ਵਧੀਆ ਫੈਸਲਾ ਕਿ ਆਪ ਦੇਖਣ ਚੁਣਨ ਵੀ ਇਸ ਪਾਰਟੀ ਨੇ 10 ਸਾਲ ਰਾਜ ਕਰਿਆ, ਇਸਨੇ 5 ਕਰਿਆ, ਇਸਨੇ 15 ਕਰਿਆ, 20 ਕਰਿਆ, 2 ਸਾਲ ਕਰਿਆ, ਜਿੰਨਾ ਵੀ ਕਰਿਆ, ਕਿ ਇਹ ਇੱਦਾਂ ਦੇ ਇਹਦੇ ਮੈਨੀਫੈਸਟੋ ਸੀਗੇ, ਉਹਦੇ ਵਿੱਚ ਆਹ ਚੀਜ਼ਾਂ ਪੂਰੀਆਂ ਹੋਈਆਂ ਨੇ। ਜੇ ਉਹਨਾਂ ਚੀਜ਼ਾਂ ਦੇ ਪੂਰਾ ਖਰਾ ਉਤਰਦਾ ਕੋਈ ਬੰਦਾ ਜਾਂ ਕੋਈ ਪਾਰਟੀ ਤਾਂ ਜ਼ਰੂਰ ਵੋਟ ਦੇ ਦੇਣੀ ਚਾਹੀਦੀ ਆ ਜੀ। ਪਰ ਵੋਟ ਦਾ ਹੱਕ ਹੈ ਜਿਹੜਾ ਉਹ ਕੇਵਲ ਤੇ ਕੇਵਲ ਹੱਕ ਨਹੀਂ ਹੈਗਾ, ਉਹ ਤੁਹਾਡੇ ਹੱਥ ਦੇ ਵਿੱਚ ਦੇਸ਼ ਦਾ ਭਵਿੱਖ ਹੈ। ਤੇ ਜੇ ਤੁਸੀਂ ਉਹੀ ਬੋਤਲ ਪਿੱਛੇ, 4 ਪਕੌੜਿਆਂ ਪਿੱਛੇ ਜਾਂ ਪੋਸਟਰ ਸਾਡੇ ਲਾ ਜੇ ਜਹਾਂ ਫਲਾਣਾ ਹੈ ਜਿੰਦਾਬਾਦ ਕਹਿ ਕੇ ਵੀ ਮੈਨੂੰ ਮੇਰੀ ਠਾਣੇ ਦੇ ਵਿੱਚ ਇਹਨਾਂ ਨੇ ਕੁੱਟ ਹੋਣ ਤੋਂ ਬਚਾਤੀ ਸੀ, ਉਹਦੇ ਪਿੱਛੇ ਤੁਸੀਂ ਆਪਣੇ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਕਰਨਾ, ਉਹ ਵੱਖਰੀ ਗੱਲ ਹੈ। ਤੇ ਜਿਹੜੀ ਤੁਸੀਂ ਦੂਜੀ ਗੱਲ ਕੀਤੀ ਹੈ ਭਾਜਪਾ ਔਰ ਕਿਸਾਨਾਂ ਦੀ, ਦੇਖੋ ਵਾਅਦਿਆਂ ਤੇ ਦਾਅਵਿਆਂ ਤੇ ਆਪਾਂ ਬਹੁਤਾ ਵਿਸ਼ਵਾਸ ਨਹੀਂ ਕਰ ਸਕਦੇ, ਸਾਰੇ ਹੀ ਕਰਦੇ ਨੇ। ਜਦੋਂ ਪਹਿਲੀ ਗੱਲ ਤਾਂ ਹੈਗੇ ਲੋਕ ਕਿਤੇ ਵਿਸ਼ਵਾਸ ਕਰਦੇ ਨੇ ਉਹਨੂੰ ਵੋਟ ਪਾਉਣ, ਤੇ ਜੇ ਨਵੇਂ ਬੰਦਿਆਂ ਨੂੰ ਚੁਣਨਾ ਤਾਂ ਉਹਦੇ ਵਿੱਚ ਜਿਹੜੇ ਨਵੇਂ ਬੰਦੇ ਆਏ ਨੇ ਉਹਨਾਂ ਨੂੰ ਚੁਣ ਸਕਦੇ ਨੇ, ਚਾਹੇ ਕਿਸੇ ਪਾਰਟੀ ਦੇ ਸੰਬੰਧਿਤ ਨੇ। ਜੇ ਉਹਨਾਂ ਦੇ ਚੋਣ ਮੈਨੀਫੈਸਟੋ ਦੇ ਵਿੱਚ ਉਹਨਾਂ ਨੂੰ ਲੱਗਦਾ ਕਿ ਇਮਾਨਦਾਰੀ ਨਾਲ ਇਸ ਤੇ ਪਹਿਰਾ ਦੇਣਗੇ ਤੇ ਇਹ ਖਰੇ ਉਤਰਨਗੇ, ਉਹਨਾਂ ਨੂੰ ਚੁਣਿਆ ਜਾ ਸਕਦਾ। ਤੇ ਉਹਨਾਂ ਨੂੰ ਕਹਿ ਕੇ ਚੁਣਿਆ ਜਾਵੇ ਵੀ ਤੁਹਾਡੇ ਇਸ ਵਾਅਦੇ ਕਰਕੇ ਅਸੀਂ ਤੁਹਾਨੂੰ ਵੋਟ ਦੇਣੇ ਆ, ਤੁਹਾਡੇ ਚੋਣ ਮੈਨੀਫੈਸਟੋ ਦੇ ਇਸ
ਵਾਅਦੇ ਕਰਕੇ ਅਸੀਂ ਤੁਹਾਨੂੰ ਵੋਟ ਦੇ ਰਹੇ ਹਾਂ, ਜੇ ਤੁਸੀਂ ਪੂਰਾ ਕਰੋਗੇ ਠੀਕ ਆ, ਨਹੀਂ ਫਿਰ ਅਗਲੇ ਸਾਲ ਸਾਡੇ ਕੋਲ ਨਾ ਜਿਓ ਜੀ। ਠੀਕ ਹੈ, ਜੇ ਨਵੇਂ ਬੰਦੇ ਨੇ, ਕਿਉਂਕਿ ਪੋਲੀਟੀਸ਼ੀਅਨ ਪੁਰਾਣੇ ਤਾਂ ਇਹਨਾਂ ਨੇ ਦੇਖੇ ਨੇ, ਹੰਢਾਏ ਕੇ ਦੇਖ ਲਏ, ਸਾਰੇ ਹੀ ਦੇਖੇ ਨੇ। ਜੇ ਉਹ ਹੰਢੇ ਹੋਏ ਬੰਦਿਆਂ ਦੇ ਵਿੱਚੋਂ ਜੇ ਕਿਸੇ ਨੇ ਵਾਅਦੇ ਪੂਰੇ ਕੀਤੇ ਨੇ, ਉਹਨੂੰ ਵੀ ਵੋਟ ਦਾ ਲੈਣ ਦੇਣ ਦਾ ਹੱਕ ਹੈ, ਲੈਣ ਦਾ ਵੀ ਹੱਕ ਹੈਗਾ ਉਹਨੂੰ ਵੋਟ, ਠੀਕ ਹੈ। ਉਹ ਖਰਾ ਉਤਰੇ ਪਰ ਲੋਕਾਂ ਦੀ ਮੰਗ ਦੇ ਉੱਤੇ, ਲੋਕਾਂ ਦੀ ਪ੍ਰਸ਼ਨਾਂ ਦੇ ਉੱਤੇ। ਹੁਣ ਤਾਂ ਭੱਜਦੇ ਫਿਰਦੇ ਨੇ, ਤੁਸੀਂ ਦੇਖਿਆ ਨੇ ਕਿਵੇਂ ਕੁਐਸਚਨ ਕਰਦੇ ਨੇ, ਉਹਨੂੰ ਮਨਪ੍ਰੀਤ ਸਿੰਘ ਬਾਦਲ ਨੂੰ ਕਰਿਆ, ਉਹ ਭੱਜ ਲਏ, ਠੀਕ ਹੈ। ਇੱਕ ਹੋਰ ਪਤਾ ਨਹੀਂ ਕਿਹੜੇ ਅਕਾਲੀ ਨੂੰ ਕੀਤਾ, ਉਹ ਬਾਹਰ ਕੱਢਤਾ। ਸੁਖਦੇਵ ਸਿੰਘ ਢੀਂਡਸਾ ਨਾਲ ਵੀ ਕਾਫੀ ਮਾੜੀ ਹੋਈ ਹੈ। ਹਾਂ ਚਲੋ, ਇਹ ਹੋਣੀ ਤਾਂ ਸਾਰਿਆਂ ਨਾਲ ਹੀ ਮਾੜੀ ਹੈ ਗੁਰਜਿੰਦਰ ਜੀ। ਇਹਨਾਂ ਲੋਕਾਂ ਨੂੰ ਆਪਣੇ ਅਧਿਕਾਰਾਂ ਬਾਰੇ ਨਾ ਪਤਾ ਹੈ, ਨਾ ਇਹਨਾਂ ਨੂੰ ਹੱਕਾਂ ਆਪਣੇ ਫਰਜ਼ਾਂ ਬਾਰੇ ਪਤਾ ਹੈ। ਜਦੋਂ ਕਿਤੇ ਜਿੱਥੇ ਜਿੱਥੇ ਪਤਾ ਹੈ, ਜਿਹੜੇ ਲੋਕ ਜਾਗਰੂਕ ਹੋਏ ਨੇ, ਉਹਨਾਂ ਵਿੱਚ ਇਹਨਾਂ ਨੇ ਵੰਡੀਆਂ ਪਾਤੀਆਂ। ਉਹ ਇੱਕ ਬੰਦਾ ਜੇ ਕੋਈ ਇੱਕ ਬੰਦਾ ਗੱਲ ਕਰ ਰਿਹਾ ਹੈ, ਉਹ ਆਪਣੇ ਭਾਈਚਾਰੇ ਨਾਲ ਗੱਲ ਕਰਦਾ ਜਾਂ ਹੋਰ ਸਮਾਜ ਦੇ ਵਿੱਚ ਵਿਚਰ ਕੇ ਗੱਲ ਕਰਦਾ, ਤਾਂ ਉਹਨੂੰ ਇੰਨਾ ਕੁ ਇਕੱਲਾ ਛੱਡਤਾ, ਪਰਚੇ ਵੀ ਪਾਤੇ, ਉਹਨੂੰ ਬਦਨਾਮ ਵੀ ਕਰਤਾ, ਉਹਨੂੰ ਏਦਾਂ, ਕਿਉਂਕਿ ਇਹਨਾਂ ਕੋਲ ਸਿਸਟਮ ਸਾਰਾ ਹੈ ਆਪਣੇ ਹੱਥ 'ਚ ਕੀਤਾ ਹੋਇਆ। ਇਹ ਤਾਂ ਲੋਕ ਸਮਝਣ ਵੀ ਯਾਰ ਜਿਹੜੀ ਗੱਲ ਇਹ ਕਰਦਾ ਕੀ ਸਹੀ ਹੈ, ਜਿਸ ਤੇ ਬਲੇਮ ਲਾ ਰਹੇ ਨੇ ਇਹ ਸਹੀ ਹੈ, ਬੰਦਾ ਠੀਕ ਹੈ, ਇਹਦੇ ਤੇ ਬਲੇਮ ਲੱਗਿਆ ਹੋਇਆ ਜਿਹੜਾ, ਇਹਦੇ ਵਿੱਚ ਕਿੰਨੀ ਕੁ ਸੱਚਾਈ ਆ, ਉਹਦੇ ਨਾਲ ਖੜਨੇ, ਫਿਰ ਇਹਨਾਂ ਨੂੰ ਅਕਲ ਆਉਣੀ ਹੈ। ਸਭ ਤੋਂ ਵੱਡਾ ਹਥਿਆਰ ਹੈ ਇਹ ਵੋਟ ਦਾ, ਪਰ ਇਹਨਾਂ ਨੂੰ ਪਤਾ ਹੀ ਨਹੀਂ ਲੋਕਾਂ ਨੂੰ। ਇਹ ਤੇ ਘਰਾਂ 'ਚ ਬੈਠ ਕੇ ਸ਼ਰਾਬ ਪੀ ਕੇ ਸ਼ਾਮ ਨੂੰ ਸਵੇਰੇ ਵੋਟ ਪਾਏ ਆਉਣਗੇ। ਤੇ ਉਲਟਾ ਆਪਣੇ ਘਰਦਿਆਂ ਦੇ ਵੀ, ਮੈਂ ਕਹਿੰਦਾ ਕਈ ਘਰਾਂ 'ਚ ਲੜਾਈਆਂ ਵੀ ਹੁੰਦੀਆਂ ਦੇਖੀਆਂ ਨੇ, ਮੈਂ ਖੁਦ ਮੈਂ ਵਿਚਰਿਆ ਮੈਂ ਇਸ ਪ੍ਰਣਾਲੀ 'ਚ ਨੂੰ। ਆਪਣੀ ਘਰ ਵਾਲੀਆਂ ਨੂੰ, ਆਪਣੇ ਬੱਚਿਆਂ ਨੂੰ ਰਾਤ ਨੂੰ ਕੁੱਟਦੇ ਨੇ ਦਾਰੂ ਪੀ ਕੇ ਵੀ ਸਵੇਰੇ ਇੱਥੇ ਵੋਟ ਪਾ ਕੇ ਆਉਣੀ ਹੈ। ਅਮਰੀਕਾ ਦੇ ਕਾਉਥਰ ਨੇ ਮਾਰਕ ਟਵੇਨ, ਉਹ ਕਹਿੰਦੇ ਨੇ ਕਿ ਜੇ ਵੋਟ ਪਾਉਣ ਦੇ ਨਾਲ ਬਦਲਾਅ ਆਉਂਦਾ ਤਾਂ ਸਿਆਸਤਦਾਨਾਂ ਨੇ ਇਹ ਅਧਿਕਾਰ ਕਦੋਂ ਦਾ ਖੋਲ੍ਹਣਾ ਸੀ। ਜੇ ਇਹਨਾਂ ਦੇ ਹੱਥ 'ਚ ਹੁੰਦਾ ਖੋਣਾ, ਖੋਹ ਵੀ ਲੈਂਦੇ। ਜੇ ਇਹਨਾਂ ਦੇ ਹੱਥ 'ਚ ਹੁੰਦਾ ਖੋਣਾ, ਖੋਹ ਵੀ ਲੈਂਦੇ। ਸੰਵਿਧਾਨ ਵੀ ਕਿਸੇ ਨਾ ਦੇਖੋ, ਜੇ ਸੰਵਿਧਾਨ ਹੈਗਾ ਤਾਂ ਵੋਟ ਪਾਉਣ ਦਾ ਅਧਿਕਾਰ ਤਾਂ ਰਹੂਗਾ। ਜੇ ਸੰਵਿਧਾਨ ਹੀ ਖਤਮ ਕਰ ਦੇਣਾ ਫਿਰ ਤਾਂ ਸਾਰਾ ਕੁਛ ਮੜੀਆਮੈਂਟ ਹੋਣਾ। ਪਰ ਆਪਣੇ ਮੁਤਾਬਕ ਕਿੰਨੀ ਤਾਂ ਸੋਧਾਂ ਕਰ ਲਈਆਂ ਇਹਨਾਂ ਨੇ। ਉਹੀ ਗੱਲ ਕਰਦੇ, ਸੋਧਾਂ ਦੇ ਵਿੱਚ ਇਹ ਸੋਧ ਨਹੀਂ ਨਾ ਕਰ ਸਕਦੇ ਜਿੱਥੇ ਮੂਲ ਜੜ, ਜਿੱਥੇ ਬੇਸ ਹੁੰਦਾ, ਜਿਸ ਚੀਜ਼ ਦਾ ਬੇਸ, ਲੋਕਤੰਤਰ ਦਾ ਬੇਸ ਵੋਟ ਹੈ, ਵੋਟ ਪ੍ਰਣਾਲੀ ਹੈ। ਲੋਕਤੰਤਰ ਤਾਂ ਹੀ ਕਹੇਗਾ ਨਾ, ਲੋਕਾਂ ਦੇ ਦੁਆਰਾ ਚੁਣਿਆ ਗਿਆ। ਜੇ ਲੋਕਾਂ ਤੋਂ ਚੀਜ਼ੇ ਖੋਲੀ, ਨਾ ਸੰਵਿਧਾਨ ਦੀ ਲੋੜ ਹੈ, ਨਾ ਲੋਕਤੰਤਰ ਦੀ ਲੋੜ ਹੈ। ਫਿਰ ਤਾਂ ਫਿਰ ਇਹਨਾਂ ਦੇ ਵਿੱਚ ਵੀ ਕਟਾਵੱਡੀ ਸ਼ੁਰੂ ਹੋ ਜਾਣੀ ਹੈ ਨਾ। ਫਿਰ ਜਿਹੜਾ ਤਗੜਾ ਹੈ ਖੋਲੂਗਾ ਜੀ। ਪਹਿਲਾਂ ਰਾਜੇ ਮਹਾਰਾਜੇ ਜਾਂ ਜਿੱਦਾਂ ਛੋਟੀਆਂ ਛੋਟੀਆਂ ਰਿਆਸਤਾਂ ਬਣੀਆਂ, ਇਹ ਇਸੇ ਦਾ ਸਿੱਟਾ ਸੀਗੇ ਨਾ, ਤਾਂ ਹੀ ਲੋਕਤੰਤਰ ਦੀ ਗੱਲ ਆਈ ਬਾਅਦ 'ਚ। ਬਿਲਕੁਲ। ਫਿਰ ਤਾਂ ਇਹਨਾਂ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਆਪਣਾ ਡਰ ਹੈ। ਜੇ ਵੋਟ ਖਤਮ ਕਰ ਦੇਣ ਸਿਸਟਮ, ਤਾਂ ਇਹਨਾਂ ਦੇ ਘਰਾਂ 'ਚ ਕਿਹੜਾ ਸੁੱਖ ਪੈ ਜੂ, ਖਬਰੇ ਕਿੰਨੇ ਕੁ ਖੂਨ ਡੁੱਲੂਗਾ, ਕੌਣ ਕਿਹਨੂੰ ਮਾਰ ਕੇ ਅੱਗੇ ਵਧੂਗਾ, ਕਿਵੇਂ ਰਿਆਸਤਾਂ ਫਿਰ ਕਾਇਮ ਕਰੂਗਾ ਅਗਲਾ। ਜੀ ਬਿਲਕੁਲ। ਬਰਮਿੰਦਰ ਜੀ, ਕਿਸਾਨਾਂ ਦਾ ਹੀ ਮੈਨੀਫੈਸਟੋ ਆਇਆ, ਉਹ ਕਹਿੰਦੇ ਕਿ ਅਸੀਂ ਵੀ ਐਂ ਕਰ ਦਾਂਗੇ। ਹਾਂ ਬਿਲਕੁਲ, ਉਹੀ ਗੱਲ ਕਰਦੇ ਸੀ ਕਿਸਾਨਾਂ ਨੇ। ਜਿਹੜੇ ਇੱਕ ਤਾਂ MSP ਦਾ ਕਿਹਾ 25,000 ਰੁਪਏ ਕਿਹਾ ਵੀ ਇਨਕਮ ਹੋਊਗੀ, ਉਹ MSP ਦੀ ਵੀ ਗੱਲ ਕਰ ਰਹੇ ਆ। ਕਹਿੰਦੇ ਵੀ ਜੇਕਰ MSP ਤੇ ਜਿਹੜੀ ਫਸਲਾਂ ਨਹੀਂ ਕੇਂਦਰ ਖਰੀਦਦਾ, ਉਸ ਦੀ ਭਰਪਾਈ ਅਸੀਂ ਭਰਪਾਈ ਕਰਾਂਗੇ। ਉਹ ਕਿਵੇਂ ਕਰਨਗੇ ਇਹ ਵੀ ਦੱਸਣਾ ਚਾਹੀਦਾ ਹੈ ਲੋਕਾਂ ਨੂੰ, ਤਾਂ ਕਲੀਅਰ ਹੋਣੀ ਚਾਹੀਦੀ ਹੈ ਨਾ ਗੱਲ। ਇਹ ਤਾਂ ਫਿਰ ਸਿੱਧੂ ਵਾਲੀ ਗੱਲ ਵੀ ਹੋਊਗੀ ਵੀ ਐਂ ਕਰ ਦਾਂਗੇ, ਉਹ ਕਹਿੰਦੇ ਵੀ ਜਿੰਨਾ ਮਾਫੀਆ ਪੰਜਾਬ ਨੂੰ ਲੁੱਟ ਰਿਹਾ, ਅਸੀਂ ਉਹ ਲੁੱਟ ਬੰਦ ਕਰਕੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਦੇਵਾਂਗੇ। ਇਕੱਲੇ ਮਾਫੀਏ ਦੇ ਨਾਲ ਕੁਛ ਨਹੀਂ ਹੋਣਾ, ਰੈਵਨਿਊ ਜਨਰੇਟ ਕਰਨਾ ਬੜੀ ਵੱਡੀ ਗੱਲ ਹੈ। ਰੈਵਨਿਊ ਜਨਰੇਟ ਨਹੀਂ ਹੋਊਗਾ, ਉਹ ਕਿੱਥੋਂ ਹੋਊਗਾ? ਇਕੱਲੇ ਮਾਫੀਏ ਨਾਲ ਕੀ ਹੋ ਜਾਣਾ? ਜੇ ਤੁਸੀਂ ਪੈਸਾ, ਪਹਿਲੀ ਤਾਂ ਗੱਲ ਨਰਿੰਦਰ ਮੋਦੀ ਨੇ ਵੀ ਕਿਹਾ ਸੀ ਵੀ ਕਾਲਾ ਧਨ ਵਾਪਸ ਲਿਆਵਾਂਗੇ। ਇਹ ਇੰਨੇ ਕੁ ਸੋਲਿਡ ਬਣੇ ਬੈਠੇ ਨੇ, ਇਹ ਕਿਸਾਨਾਂ ਨੂੰ ਵੀ ਸਮਝ ਲੈਣਾ ਚਾਹੀਦਾ। ਰਾਜੇਵਾਲ ਹੋਰਾਂ ਨੂੰ, ਸਿਆਣੇ ਨੇ ਉਹ ਬਹੁਤ ਵੱਡੇ, ਵੀ ਇਹ ਕੁੰਡਲ ਮਾਰ ਕੇ ਬੈਠੇ ਨੇ ਆਪਣੇ ਧਨ ਦੇ ਉੱਤੇ। ਇਹਨਾਂ ਕੋਲ ਡੰਗ ਬਥੇਰੇ ਨੇ ਦੱਸਣ ਵਾਸਤੇ, ਇਹਨਾਂ ਨੂੰ ਹੱਥ ਪਾਉਣਾ ਸੌਖਾ ਨਹੀਂ ਹੈ। ਤੇ ਉਹ ਚੀਜ਼ ਨੂੰ ਕਿਵੇਂ ਮੈਨੇਜ ਕਰਨਾ, ਕਿਵੇਂ ਮਾਫੀਏ ਦੇ ਕੋਲੋਂ ਪੈਸਾ ਕਢਾਉਣਾ। ਜਿਹੜੇ ਜੱਫੇ ਮਾਰ ਕੇ ਬੈਠੇ ਨੇ, ਆਪਣੇ ਕਮਰੇ ਭਰੇ ਬੈਠੇ ਨੇ ਜਿਨ੍ਹਾਂ ਨੇ ਪੈਸੇ ਦੇ, ਉਹਨਾਂ ਤੋਂ ਪੈਸਾ ਕਿਵੇਂ ਕਢਾਉਣਾ, ਗੱਲ ਤਾਂ ਇੰਨੀ ਆ ਜੀ। ਜੇ ਮਾਫੀਆ ਤੁਸੀਂ ਕਰ ਲਿਆ ਵੀ ਹਾਂਜੀ ਸੈਂਡ ਮਾਫੀਆ ਖਤਮ ਕਰਤਾ ਜੀ, ਐਂ ਕਰਤਾ, ਕਿੰਨਾ ਕੁ ਰੇਤਾ ਵਿਕਲੂ, ਕੀ ਕਰ ਲੂਗਾ ਉਹਦੇ ਨਾਲ? ਕਿੰਨੀ ਕੁ MSP ਦੇ ਦੋਗੇ ਤੁਸੀਂ? ਕਿੰਨੇ ਕੁ ਸਿਹਤ ਸੁਧਾਰ ਕਰ ਲਓਗੇ ਤੁਸੀਂ? ਕਿੰਨੀ ਕੁ ਸਿੱਖਿਆ ਨੂੰ ਡਿਵੈਲਪ ਕਰ ਲਓਗੇ? ਠੀਕ ਹੈ, ਕਿੰਨਾ ਕੁ ਬੋਝ ਚੱਕ ਲਓਗੇ? ਕਰਜ਼ੇ ਦੀਆਂ ਕਿਸ਼ਤਾਂ ਵੀ ਭਰਨੀਆਂ ਨੇ। ਠੀਕ ਹੈ, ਫ੍ਰੀ ਤੁਸੀਂ ਕਹਿੰਦਾ ਪਾਣੀ ਨਹੀਂ ਦੇਣਾ, ਠੀਕ ਹੈ ਮੰਨ ਲਿਆ, ਪਰ ਜਿਹੜਾ ਪੈਸਾ ਪਾਣੀ ਦਾ ਹੁਣ ਤੱਕ ਆਇਆ ਨਹੀਂ ਪੰਜਾਬ ਕੋਲ, ਉਹ ਕੌਣ ਲੈ ਕੇ ਆਊਗਾ? ਤੁਸੀਂ ਪੈਸਾ ਕਿਵੇਂ ਲਓਗੇ? ਕਿਹੜੀ ਪ੍ਰਣਾਲੀ ਅਪਣਾਓਗੇ? ਕਿੰਨੇ ਸਾਲਾਂ 'ਚ ਪੈਸਾ ਮਿਲਣ ਲੱਗ ਜੂ? ਫ੍ਰੀ ਪੈਣ ਨਹੀਂ ਦੇਣਾ ਮੰਨ ਲਿਆ, ਪਹਿਲੇ ਦਿਨ ਤੋਂ ਹੀ ਪੈਸਾ ਲੈਣ ਲੱਗ ਜਾਓਗੇ।
ਇਹ ਸਾਰੀ ਪਲੈਨਿੰਗਸ ਹੁੰਦੀਆਂ ਨੇ, ਦੱਸਣੀਆਂ ਚਾਹੀਦੀਆਂ ਨੇ ਕਿ ਇਹ ਪ੍ਰਣਾਲੀ ਹੋ। ਕਾਨੂੰਨੀ ਰਸਤਾ ਅਪਣਾਓਗੇ ਤਾਂ ਕਾਨੂੰਨੀ ਰਸਤਾ ਬੜੇ ਲੰਬੇ ਨੇ। ਕਾਨੂੰਨੀ ਰਸਤੇ ਤੁਸੀਂ ਗੱਲ ਕੀਤੀ, ਕਹਿੰਦੇ ਕਿ ਵੀ ਸਰਸੇ ਵਾਲੇ ਨੂੰ ਜੋ 21 ਦਿਨ ਦੀ ਛੁੱਟੀ ਉਹਦੀ ਮਨਜ਼ੂਰ ਹੋਈ ਹੈ, ਕਾਨੂੰਨੀ ਰਸਤੇ ਰਾਹੀਂ ਮਿਲੀ ਹੈ। ਸਿਆਸਤਦਾਨ ਕਹਿੰਦੇ ਸਾਨੂੰ ਇਹਦਾ ਕੀ ਲਾਭ ਹੋਣਾ। ਹਰਿਆਣਾ ਵਾਲੇ ਕਹਿੰਦੇ ਇਹਦੇ ਭਾਜਪਾ ਦਾ ਕੋਈ ਇਹਦੇ 'ਚ ਲੈਣ ਦੇਣ ਨਹੀਂ ਹੈਗਾ, ਇਹ ਤਾਂ ਇੱਕ ਕਾਨੂੰਨੀ ਪ੍ਰਕਿਰਿਆ। ਅਥਾਰਟੀ ਨੂੰ ਲੱਗਿਆ, ਜੇਲ੍ਹ ਅਥਾਰਟੀ ਨੂੰ, ਕਿ ਹਾਂ ਇਹ ਐਲੀਜੀਬਲ ਸੀ ਤਾਂ ਉਹਨਾਂ ਨੇ ਮਨਜ਼ੂਰੀ ਦੇ ਦਿੱਤੀ। ਐਲੀਜੀਬਲ, ਮੈਂ ਸਿਰਫ ਛੋਟੀ ਜੀ ਗੱਲ ਕਰਕੇ ਇਹ ਖਤਮ ਕਰਦੇ ਆਪਾਂ, ਟਾਈਮ ਲੱਗ ਰਿਹਾ ਜ਼ਿਆਦਾ ਹੋ ਰਿਹਾ। ਇਹਦੇ ਵਿੱਚ ਇਹ ਹੈ, ਜੇ ਤੁਹਾਨੂੰ ਲੱਗਦਾ ਐਲੀਜੀਬਲ ਗੁਰਮੀਤ ਰਾਮ ਰਹੀਮ ਸਿੰਘ ਜੀ ਡੇਰਾ ਮੁਖੀ ਹੈ ਜਿਹੜਾ, ਤਾਂ ਬਾਕੀ ਐਲੀਜੀਬਲ ਕਿਉਂ ਨਹੀਂ ਹੈਗੇ? ਜਿਹੜੇ ਬੰਦੀ ਸਿੰਘ ਨੇ ਜਿਨ੍ਹਾਂ ਨੇ ਸਜ਼ਾਵਾਂ ਪੂਰੀਆਂ ਕਰ ਲਈਆਂ, ਉਹਨਾਂ ਦਾ ਰਿਕਾਰਡ ਕਢਾਓ। ਉਹਨਾਂ ਨੇ ਜੇਲ੍ਹ 'ਚ ਐਸੇ ਕਿਹੜੇ ਕੰਮ ਕਰਤੇ ਜਿਹੜੇ ਇਲੀਗਲ ਹੋ ਗਏ, ਜਿਨ੍ਹਾਂ ਕਰਕੇ ਉਹਨਾਂ ਨੂੰ ਫਰਲੋ ਨਹੀਂ ਮਿਲੀ, ਜਦ ਕਿ ਰਾਈਟ ਸਾਰਿਆਂ ਦਾ। ਜੇ ਤੁਸੀਂ ਅਧਿਕਾਰ ਦੀ ਗੱਲ ਕਰਦੇ ਹੋ, ਜੇ ਤੁਸੀਂ ਜੇਲ੍ਹ ਪ੍ਰਸ਼ਾਸਨ ਦੀ ਕਾਨੂੰਨ ਦੀ ਗੱਲ ਕਰਦੇ ਹੋ, ਤਾਂ ਉਹਨਾਂ ਤੇ ਕਾਨੂੰਨ ਲਾਗੂ ਨਹੀਂ ਹੁੰਦਾ। ਜਾਂ ਇਹ ਗੱਲ ਕਰੋ ਵੀ ਇਹਦੇ ਬਾਹਰ ਆਉਣ ਨਾਲ ਕੋਈ ਗੱਲ ਨਹੀਂ ਸੀ ਇੱਦਾਂ, ਜਦ ਕਿ ਸੰਗੀਨ ਜੁਰਮ ਨੇ, ਉਹਦੀ ਜ਼ਿੰਮੇਵਾਰੀ ਕੌਣ ਲੈਂਦਾ? ਜੇ ਨਹੀਂ ਇਹਦੇ ਨਾਲ ਫਰਕ ਪੈਂਦਾ ਤਾਂ ਉਹਨੂੰ ਕਿਉਂ ਕਿਹਾ ਗਿਆ ਕਿ ਇਕੱਲਾ ਗੁਰੂਗ੍ਰਾਮ 'ਚ ਰਹਿਣਾ? ਛਤਰਪਤੀ ਜਿਹਦਾ ਕਤਲ ਹੋਇਆ ਸੀ, ਉਹਦੇ ਬੇਟੇ ਨੇ ਕਿਹਾ ਕਿ ਮੈਂ ਕੋਰਟ ਦੇ ਵਿੱਚ ਜਾਵਾਂਗਾ, ਲੜਾਈ ਲੜਾਂਗਾ ਇਸ ਫਰਲੋ ਦੇ ਖਿਲਾਫ। ਹਾਂ ਬਿਲਕੁਲ, ਉਹੀ ਗੱਲ ਕਰਦਾ ਵੀ ਜਦੋਂ ਇਤਰਾਜ਼ ਵੀ ਹੋ ਰਹੇ ਨੇ, ਪੋਲੀਟੀਕਲ ਪਾਰਟੀਆਂ ਵੀ ਬੋਲ ਰਹੀਆਂ ਨੇ ਮਾੜੀ ਮੋਟੀਆਂ, ਚਲੋ ਜਿੰਨਾ ਕੁ ਬੋਲ ਸਕਦੇ ਨੇ, ਜਿਹਨੂੰ ਲੱਗਦਾ ਮੈਨੂੰ ਫਾਇਦਾ ਨਹੀਂ ਹੋਣਾ ਕੋਈ ਬੋਲ ਹੀ ਰਿਹਾ, ਤੇ ਸ਼੍ਰੋਮਣੀ ਅਕਾਲੀ ਦਲ ਦੇ ਸ਼੍ਰੋਮਣੀ ਕਮੇਟੀ ਵੀ ਬੋਲ ਰਹੀ ਹੈ, ਉਹਦੇ ਤੇ ਜਾਖੜ ਦਾ ਹੀ ਪ੍ਰਤੀਕਰਮ ਆ ਗਿਆ। ਹਾਂ, ਤੇ ਉਹ ਤੁਸੀਂ ਦੇਖੋ ਕਿ ਸੰਗੀਨ ਜੁਰਮ ਨੇ। ਜੇ ਇਹ ਤੋਂ ਕੋਈ ਸੁਸਾਇਟੀ ਨੂੰ ਖਤਰਾ ਨਹੀਂ ਹੈਗਾ, ਇਸ ਤਰ੍ਹਾਂ ਕੁਝ ਦੇਖਿਆ ਗਿਆ, ਤਾਂ ਫਿਰ ਇਹਨੂੰ ਇੱਕ ਥਾਂ ਤੇ ਟਿਕੇ ਰਹਿਣ ਲਈ ਕਿਉਂ ਕਿਹਾ ਗਿਆ? ਠੀਕ ਹੈ, ਜੇ ਹੈ ਤਾਂ ਕਿਉਂ ਬਾਹਰ ਕੱਢਿਆ ਗਿਆ? ਚਲੋ ਜੇ ਅਧਿਕਾਰ ਬਣਦਾ ਕਾਨੂੰਨੀ ਤੌਰ ਤੇ, ਫਿਰ ਸਾਰਿਆਂ ਤੇ ਕਿਉਂ ਨਹੀਂ ਲਾਗੂ ਇਹ ਚੀਜ਼? ਉਹਨਾਂ ਸਿੱਖ ਜਿਹੜੇ ਕੈਦੀ ਨੇ, ਉਹਨਾਂ ਦੇ ਰਿਕਾਰਡ 'ਚ ਦਿਖਾਓ ਵੀ ਇਹਨਾਂ ਨੇ 1 ਸਾਲ ਦੇ ਵਿੱਚ ਕੀ ਕੀਤਾ ਸੀ, ਜਿਹੜੇ ਕਰਕੇ ਇਹਨਾਂ ਨੂੰ ਫਰਲੋ ਨਹੀਂ ਮਿਲੀ। ਠੀਕ ਹੈ, ਕੋਈ ਪੈਰਵੀ ਨਹੀਂ ਹੋਈ ਕੇਸਾਂ ਦੀ, ਤਾਂ ਕਿ ਜਿਹੜੇ ਰੌਲਾ ਪਾਉਂਦੇ ਨੇ ਵੀ ਬੰਦੀ ਸਿੱਖਾਂ ਦੀ ਰਿਹਾਈ, ਜਥੇਬੰਦੀਆਂ ਨਾਅਰੇ ਮਾਰਦੀਆਂ, ਜਿਹੜੇ ਹੋਰ ਪੰਥਕ ਪਾਰਟੀਆਂ ਬਣੀਆਂ ਫਿਰਦੀਆਂ ਨੇ, ਇਹਨਾਂ ਦਾ ਵੀ ਸੱਚ ਸਾਹਮਣੇ ਆ ਸਕੇ ਕਿ ਪੈਰਵੀ ਨਹੀਂ ਹੋਈ ਜਾਂ ਕੋਈ ਹੋਰ ਗੱਲ ਸੀ ਭਾਈ, ਜਾਂ ਅੰਦਰ ਬੈਠੇ ਉਹ ਕ੍ਰਾਈਮ ਕਰ ਰਹੇ ਸੀ, ਐਸਾ ਕਿਹੜਾ ਕ੍ਰਾਈਮ ਸੀ ਫਿਰ ਦੱਸਣ ਇਹ। ਜੀ ਬਿਲਕੁਲ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਦੱਸਣੀਆਂ ਚਾਹੀਦੀਆਂ ਨੇ। ਫਾਇਦਾ ਤਾਂ ਹੈ, ਜਿਹਨੂੰ ਹੈ ਫਾਇਦਾ ਉਹਨਾਂ ਨੇ ਕਢਾ ਵੀ ਲਿਆਂਦਾ ਅਗਲਾ ਬਾਹਰ। ਜੀ ਬਿਲਕੁਲ। ਪਰਮਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਖਬਰ ਦੇ ਵਿੱਚ ਚਰਚਾ ਕਰਨ ਦੇ ਲਈ। ਸ਼ੁਕਰੀਆ ਜੀ, ਧੰਨਵਾਦ। ਦੋਸਤੋ, ਸਾਡੇ ਨਾਲ ਜੁੜੇ ਹੋਏ ਸੀ ਸੀਨੀਅਰ ਪੱਤਰਕਾਰ ਪਰਮਿੰਦਰ ਸਿੰਘ ਰਾਏਪੁਰ। ਅੱਜ ਦੀਆਂ ਮੁੱਖ ਖਬਰਾਂ ਤੇ ਵਿਚਾਰ ਚਰਚਾ ਕੀਤੀ। ਤੁਸੀਂ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਾਣਾ ਚੈਨਲ ਪੰਜਾਬੀ ਤੇ। ਧੰਨਵਾਦ।